सारे ने अपनी अपनी जिम्मेवारियां समझ के हरेक जगह मुंडे साडे ने जो कोई भी मोदी का प्रोग्राम होगा बीजेपी का असी चंडीगढ़ च होण नहीं देना। जी पब्लिक हाले भी घरां सुत्ती है, मैं उन्होंने ये दसना चाहूँगा जे 260% सानू तेल ते टैक्स देना पै रहा, कल नूं 260% सानू रोटी ते देना पड़ेगा। शर्म आनी चाहिए। वहाँ पर जो तंबुओं में इतनी गर्मी में सर्दी में बैठे हैं उनको देख के रोना आ जाता है नॉर्मल पब्लिक को। तो मोदी इतना बेशरम हो चुका है, वो हिटलर है, किसको शर्म नहीं आती है। ये मोदी के भगत है सारे के सारे, जो हमें जबरदस्ती उठा के लेके जा रहे हैं। देख सकते हो तस्वीरां हुण पहुंच चुके हैं भाजपा आगू दे दूजे पासे जिहड़े किसान ने, किसानां दा रोस चरम ते है। तुसीं वेख सकते हो गुस्सा चरम ते है किसानां वालों लगातार। देख सकते हो इधर पुलिस प्रशासन नाल भिड़दे नज़र आ रहे ने जिहड़े किसान ने, ते टक्का मुक्की जिहड़ी शुरू हो चुकी है। क्या आप ये समझते हैं कि ये जितने बाहर खड़े हैं सब किसान हैं? ये सब किसान नहीं हो सकते। यदि आप चाहें तो वहाँ पर जाकर के उनकी परीक्षा ले सकते हैं, उनको पूछ सकते हैं। किसी से पूछिए कि रबी की फसल क्या होती है, क्या किसी ने कभी हल चलाया है? इन्हू दसना पता भी एक ना हो करे करते, एक ना किसानां नूं तंग करे करते हैं। तां ही आए हैं असीं अज इन्हू अज समार के दसांगे। ये लग्या होया इत्थे मीटिंगां करन। पुलिस ने ਇਹੋ ਜਿਹੀ ਘਟਨਾ ਕੀਤੀ कि ਮੈਨੂੰ ਗੱਡੀ ਦੇ ਅੰਦਰ खुद लेके गए। मैं तो प्रतीक वीर जी ਨੂੰ बचा रहा, वो कहते कि जब बेटा अंदर जाओ आप भी जाओ जेल में। ਗੱਡੀ ਦਾ ਸ਼ੀਸ਼ਾ ਵੀ ਭੰਨ ਦਿੱਤਾ ਗਿਆ ਕਿਸਾਨਾਂ ਵੱਲੋਂ। ਜਿਹੜਾ FY ਮੀਡੀਆ ਗਰੁੱਪ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ, ਜਿੱਥੇ ਕਿ ਹੁਣ ਸੂਬੇ ਦੇ ਵਿੱਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਸੀ। ਤੇ ਹੁਣ ਅਸੀਂ ਇਸ ਵੇਲੇ ਖੜੇ ਹਾਂ ਚੰਡੀਗੜ੍ਹ ਦੀ ਮੋਟਰ ਮਾਰਕੀਟ ਸੈਕਟਰ 48 ਵਿਖੇ, ਜਿੱਥੇ ਭਾਜਪਾ ਵੱਲੋਂ ਇੱਕ ਪ੍ਰੋਗਰਾਮ ਐਲਾਨਿਆ ਗਿਆ ਸੀ, ਜਿਸ ਦਾ ਹੁਣ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ। ਤਸਵੀਰਾਂ ਵੇਖ ਸਕਦੇ ਹੋ ਸੈਕਟਰ 48 ਦੀ ਮੋਟਰ ਮਾਰਕੀਟ ਵਿਖੇ ਅਸੀਂ ਖੜੇ ਹਾਂ ਇਸ ਵੇਲੇ, ਤੇ ਕਿਸਾਨ ਨੇ ਜਿਹੜੇ ਜ਼ਬਰਦਸਤ ਜਿਹੜੀ ਨਾਅਰੇਬਾਜ਼ੀ ਕਰ ਰਹੇ ਨੇ, ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਰਾਹੀਂ, ਤੇ ਪੁਲਿਸ ਵੱਲੋਂ ਬੈਰੀਗੇਡਿੰਗ ਕੀਤੀ ਗਈ ਹੈ। ਨਾਲ ਹੀ ਤੁਸੀਂ ਦੇਖ ਸਕਦੇ ਹੋ ਜਿਹੜੀ ਨਾਅਰੇਬਾਜ਼ੀ ਲਗਾਤਾਰ ਜਾਰੀ ਹੈ। ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਕ ਦਿਨ ਪਹਿਲਾਂ ਐਲਾਨ ਕੀਤਾ ਗਿਆ ਸੀ ਕਿ ਸੈਕਟਰ 48 ਦੀ ਮੋਟਰ ਮਾਰਕੀਟ ਵਿਖੇ ਇੱਕ ਪ੍ਰੋਗਰਾਮ ਹੈ ਜਿਹੜਾ ਉਹ ਕੀਤਾ ਜਾਵੇਗਾ ਭਾਜਪਾ ਆਗੂਆਂ ਵੱਲੋਂ, ਜਿਸ ਦੇ ਵਿੱਚ ਸੰਜੇ ਟੰਡਨ ਵਰਗੇ ਵੱਡੇ ਨੇਤਾ ਜਿਹੜੇ ਭਾਜਪਾ ਦੇ ਉਹ ਮੌਜੂਦ ਰਹਿਣਗੇ। ਉਸ ਤੋਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਨੇ ਇੱਥੇ ਪਹੁੰਚ ਚੁੱਕੀਆਂ ਨੇ ਤੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਕਿਸ ਤਰ੍ਹਾਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਜੀ राजन बैंसवीर ਕੀ ਕਹਿਣਾ ਚਾਹੁੰਦੇ ਹੋ? ਅੱਜ ਭਾਜਪਾ ਵੱਲੋਂ ਪ੍ਰੋਗਰਾਮ ਜਿਹੜਾ ਕੀਤਾ ਜਾਣਾ ਸੀ ਤੇ ਅੱਜ ਵਿਰੋਧ ਕੀਤਾ ਜਾ ਰਿਹਾ। ਹੁਣ भाजी ਤੁਹਾਨੂੰ पता चंडीगढ़ च मोहाली च कोई भी प्रोग्राम होगा बीजेपी का ਅਸੀਂ कैंसल करावांगे, बढ़न नहीं देवांगे चंडीगढ़ च या अपने मोहाली च भी। ਪਹਿਲਾਂ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਹੇ ਸੀ, ਭਾਜਪਾ ਜਿਹੜੇ ਨੇਤਾ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਬੈਨ ਕੀਤੇ ਜਾ ਰਹੇ ਸੀ ਇਹ ਭਾਜਪਾ ਆਗੂ। ਹੁਣ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀ ਇਹਨਾਂ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਜੀ। ਚੰਡੀਗੜ੍ਹ 'ਚ ਵੀ ਸਾਰੇ ਜਿਹੜੇ ਪੁਰਾਣੇ ਬੰਦੇ ਰਹਿੰਦੇ ਆ, ਜਿਨ੍ਹਾਂ ਕਰਕੇ ਚੰਡੀਗੜ੍ਹ ਬਸਿਆ, ਜ਼ਮੀਨਾਂ ਉਜੜ ਗਏ, ਉਹ ਬੰਦੇ ਜਾਗਦੇ ਜ਼ਮੀਰ ਵਾਲੇ ਜਿਹੜੇ ਪਿੰਡਾਂ ਵਾਲੇ, ਚੰਡੀਗੜ੍ਹ ਦੇ ਸ਼ਹਿਰੀ ਲੋਕ ਵੀ ਨਾਲ ਹੋਏ। ਉਹ बीजेपी ਦੇ ਇਸ ਟਾਈਮ बीजेपी ਸਰਕਾਰ ਜਿਹੜੀ ਹੈ ਤੁਹਾਨੂੰ ਪਤਾ ਹੀ ਹੈ, ਇਹ ਕਿਸਾਨਾਂ ਨੂੰ ਗੁੰਡਾ ਦੱਸਦੀ ਹੈ, ਆਪ ਗੁੰਡਿਆਂ ਤੋਂ ਘੱਟ ਨਹੀਂ ਹੈਗੀ। ਇਸ ਕਰਕੇ ਚੰਡੀਗੜ੍ਹ 'ਚ ਅਸੀਂ ਆ ਮਟਕਾ ਚੌਂਕ ਤੋਂ ਆ ਜੀ, ਅਸੀਂ ਮਟਕਾ ਚੌਂਕ 'ਚ ਧਰਨਾ ਲਾਉਂਦੇ ਆ। ਅਸੀਂ ਉੱਧਰ ਹੀ ਕੋਈ ਪ੍ਰੋਗਰਾਮ ਹੁੰਦਾ ਅਸੀਂ ਨਹੀਂ ਹੋਣ ਦਿੰਦੇ। ਤੇ ਹੁਣ ਤੁਸੀਂ ਧਰਨਾ ਹੋਰ ਵੀ ਲਾਉਂਦੇ ਹੋ ਜਿਵੇਂ, ਕਿਉਂਕਿ ਕਿੰਨਾ ਸਮਾਂ ਹੋ ਗਿਆ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ? ਕਿੰਨਾ ਸਮਾਂ ਹੋ ਗਿਆ ਤੁਹਾਨੂੰ? ਸਾਨੂੰ ਹੋ ਗਿਆ 7.5 ਮਹੀਨੇ ਹੋ ਗਏ ਮਟਕਾ ਚੌਂਕ ਦੇ। ਮੈਂ ਨੰਗੇ ਪੈਰ ਆ ਵੀਰੇ, ਮੈਨੂੰ 4 ਮਹੀਨੇ ਹੋ ਗਏ ਨੰਗੇ ਪੈਰ। ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਜਦ ਤੱਕ ਮੈਂ ਜੁੱਤੀ ਨਹੀਂ ਪਾਊਂਗਾ। ਅਸੀਂ ਸਾਰਿਆਂ ਨੇ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ ਹਰੇਕ ਜਗ੍ਹਾ ਮੁੰਡੇ ਸਾਡੇ ਨੇ ਜੋ ਕੋਈ ਵੀ ਮੋਦੀ ਦਾ ਪ੍ਰੋਗਰਾਮ ਹੋਊਗਾ बीजेपी ਦਾ ਅਸੀਂ ਚੰਡੀਗੜ੍ਹ 'ਚ ਹੋਣ ਨਹੀਂ ਦੇਣਾ।
ਉਰੇ ਅੱਜ ਉਰੇ ਬੂਥਾ ਚੱਕ ਕੇ ਆ ਗਏ। ਕਰੋਨਾ ਟਾਈਮ 'ਚ ਇਹਨਾਂ ਨੂੰ ਪੁੱਛਿਆ ਨਹੀਂ, ਅੱਜ ਗਰੀਬਾਂ ਨੂੰ ਅੱਜ ਕਹਿੰਦੇ ਸਾਡੀ ਆਪਣੀ ਜੁਆਇਨ ਕਰ ਲਓ। ਇਲੈਕਸ਼ਨ ਨੇੜੇ ਆ ਗਏ ਤਾਂ ਕਰਕੇ, ਪਰ ਅਸੀਂ ਬੀਜੇਪੀ ਨੂੰ ਭਗਤਾਂ ਨੂੰ ਇੱਥੇ ਵੜਨ ਨਹੀਂ ਦੇਵਾਂਗੇ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਪ੍ਰਨੀਤ ਸਿੰਘ ਹੈ ਜੀ। ਪਰਮੀਤ, ਕਿੱਥੋਂ ਤੁਸੀਂ? ਮੈਂ ਮੋਹਾਲੀ ਤੋਂ ਹਾਂ ਜੀ। ਮੋਹਾਲੀ ਤੋਂ? ਹਾਂਜੀ। ਤੇ ਹੁਣ ਭਾਜਪਾ ਦਾ ਵਿਰੋਧ ਕਰ ਰਹੇ ਹੋ। ਪਹਿਲਾਂ ਸੂਬੇ ਭਰ ਦੇ ਵਿੱਚ ਵਿਰੋਧ ਹੁੰਦੇ ਸੀ, ਅੱਜ ਸ਼ਹਿਰ ਦੇ ਵਿੱਚ ਵੀ ਵਿਰੋਧ ਕੀਤਾ ਜਾ ਰਿਹਾ। ਸਾਡਾ ਜੀ ਪਿਛਲੇ 7 ਤੋਂ 8 ਮਹੀਨੇ ਹੋ ਗਏ ਜੀ ਡੇਲੀ ਲਾਈਟਾਂ ਚੌਂਕਾਂ ਤੇ ਜਿਹੜੇ ਨੌਜਵਾਨ ਖੜਦੇ ਆ, ਸਾਡੀ ਟੀਮਾਂ ਨੇ ਜੀ, ਅਸੀਂ ਖੜੇ ਆ। ਸਾਡੀ ਤਾਂ ਸਿੰਪਲ ਇੱਕ ਗੱਲ ਹੈ ਜੀ, ਤੁਸੀਂ ਸਾਡੀ ਗੱਲ ਸੁਣੋ, ਅਸੀਂ ਤੁਹਾਡੀ ਗੱਲ ਸੁਣਨ ਦਾਂਗੇ। ਜਦ ਤੱਕ ਸਾਡੇ ਕਿਸਾਨ ਵੀਰ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਬਾਰਡਰਾਂ ਤੇ ਬੈਠੇ ਮਰੀ ਜਾਣਗੇ, ਇਹਨਾਂ ਨੂੰ ਫਰਕ ਨਹੀਂ ਹੈ। 8 ਮਹੀਨੇ ਤੋਂ ਉੱਤੇ ਟਾਈਮ ਹੋਣ ਵਾਲਾ ਹੈ, 500 ਤੋਂ ਉੱਤੇ ਮੌਤਾਂ ਹੋ ਗਈਆਂ, ਪਰ ਇਹ ਇੰਨੀ ਸਰਕਾਰ, ਗੂੰਗੀ ਸਰਕਾਰ, ਬੋਲੀ ਸਰਕਾਰ, ਇਹਨਾਂ ਨੂੰ ਜੇ ਫਰਕ ਨਹੀਂ ਪੈ ਰਿਹਾ ਤੇ ਫਿਰ ਜੇ ਇਹ ਸੋਚ ਲੈਣ ਕਿ ਸਾਡੇ ਸ਼ਹਿਰਾਂ ਜਾ ਕੇ ਆਪਣੇ ਪ੍ਰੋਗਰਾਮ ਕਰ ਲੈਣ, ਅਸੀਂ ਨਹੀਂ ਕਰਨ ਦਾਂਗੇ। ਸਾਡੇ ਤਾਂ ਜੀ ਬੇਸਿਕ ਜੀ ਗੱਲ ਹੈ, ਅੱਜ ਸਾਰਿਆਂ ਨੂੰ ਪਤਾ ਤੇਲ ਇੰਨਾ ਮਹਿੰਗਾ ਹੋ ਗਿਆ। ਜੇ ਆਪਾਂ ਇੱਕ ਗੱਲ ਦੇਖ ਲਈਏ, ਗਵਰਨਮੈਂਟ ਹੁੰਦੀ ਹੈ ਫॉर द ਬੈਟਰਮੈਂਟ ਆਫ ਪੀਪਲ, ਬਟ ਵਾਟ ਗਵਰਨਮੈਂਟ ਇਜ਼ ਟ੍ਰਾਈਂਗ ਟੂ ਡੂ। ਕੱਲ ਜਿਹੜੀ ਆਈ ਹੈ ਰਿਪੋਰਟ, ਉਹਦੇ 'ਚ ਕੀ ਹੈ, ਰਾਮਦੇਵ ਦੇ ਸਾਰੇ ਟੈਕਸ ਐਗਜ਼ੈਂਪਟ ਹੋ ਗਏ ਅਗਲੇ 5 ਸਾਲਾਂ ਲਈ। ਉਹਦੀ ਫਾਊਂਡੇਸ਼ਨ ਨੂੰ 1% ਟੈਕਸ ਨਹੀਂ ਦੇਣਾ ਪਏਗਾ। ਤੇ ਜਿਹੜੇ ਆਮ ਪਬਲਿਕ ਹੈ ਉਹ 260% ਟੈਕਸ ਪੇ ਕਰ ਰਹੀ ਹੈ ਸਿਰਫ ਫਿਊਲ ਤੇ, ਜਿਹੜੀ ਬੇਸਿਕ ਨੈਸੈਸਿਟੀ ਆ ਜਾਂਦੀ ਹੈ। ਮਤਲਬ ਹੁਣ ਬੰਦੇ ਆਪਣੇ ਕੰਮਕਾਰ ਵੀ ਨਾ ਕਰਨ, ਘਰੋਂ ਨਾ ਨਿਕਲਣ, ਤੇ ਇਹਨਾਂ ਦੇ ਜਿਹੜੇ ਕਾਰਪੋਰੇਟ ਘਰਾਣੇ ਹਲੇ ਤਾਂ ਇੱਕ ਛੋਟਾ ਟ੍ਰੇਲਰ ਦਿਖਾ ਰਹੇ ਹੈ। ਕੱਲ ਨੂੰ ਇਹ ਬਿੱਲ ਪਾਸ ਹੋ ਜਾਂਦੀ, ਇਸ ਤੋਂ ਬਾਅਦ ਹੋਰ ਬਿੱਲ ਆਣਗੇ। ਜੇ ਉੱਥੇ ਵੀ ਜਿਹੜੀ ਪਬਲਿਕ ਹਲੇ ਵੀ ਘਰਾਂ ਸੁੱਤੀ ਹੈ, ਮੈਂ ਉਹਨਾਂ ਨੂੰ ਇਹ ਦੱਸਣਾ ਚਾਹੂੰਗਾ, ਜੇ 260% ਸਾਨੂੰ ਤੇਲ ਤੇ ਟੈਕਸ ਦੇਣਾ ਪੈ ਰਿਹਾ, ਕੱਲ ਨੂੰ 260% ਸਾਨੂੰ ਰੋਟੀ ਤੇ ਦੇਣਾ ਪਊਗਾ, ਅੰਨ ਤੇ ਦੇਣਾ ਪਊਗਾ, ਦਾਲਾਂ ਤੇ ਦੇਣਾ ਪਊਗਾ। ਸਰੋਂ ਦਾ ਤੇਲ ਦਾ ਕੀ ਹੋਇਆ, ਸਾਲ 'ਚ ਦੇਖ ਲਓ, ਸਾਰਿਆਂ ਨੂੰ ਪਤਾ ਹੋਊਗਾ 100 ਰੁਪਏ ਦੀ ਬੋਤਲ ਲੈਂਦੇ ਸੀ, 200 ਦੀ ਹੋ ਗਈ। ਉਹ ਕਿਉਂ ਹੋ ਰਿਹਾ? ਕਿ ਮੋਨੋਪੋਲੀ ਆ ਰਹੀ ਹੈ। ਸਾਡੀ ਫਾਈਟ ਅਗੇਂਸਟ ਮੋਨੋਪੋਲੀ, ਡਿਕਟੇਟਰਸ਼ਿਪ ਦੇ ਪਿੱਛੇ ਆ। ਜੇ ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ, ਸੋ ਲੈਟ ਇਟ ਬੀ ਯਾਰ, ਕਿ ਜੇ ਸਾਡੇ ਬੇਸਿਕ ਰਾਈਟਸ, ਸਾਨੂੰ ਬੇਸਿਕ ਰਾਈਟਸ ਤਾਂ ਮਿਲਣ। ਜੇ ਤੁਸੀਂ ਸਾਡੇ ਤੋਂ ਬੇਸਿਕ ਰਾਈਟਸ ਲਓਗੇ, ਫਿਰ ਅਸੀਂ ਤਾਂ ਦੇਖੋ ਵਿਰੋਧ ਤਾਂ ਕਰਾਂਗੇ ਨਾ ਜੀ, ਕਿ ਐਟਲੀਸਟ ਇੰਨਾ ਕੁ ਸਾਡਾ ਬਣਦਾ। ਸਰੋਤਿਆਂ ਨੂੰ ਕਹੂੰਗਾ ਕਿ ਤਸਵੀਰਾਂ ਵੇਖੋ ਤੁਸੀਂ। ਤਸਵੀਰਾਂ ਦੇ ਵਿੱਚ ਸਾਫ਼ ਦਿਖ ਰਿਹਾ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਵਿੱਚ ਭਾਰੀ ਰੋਸ ਹੈ ਤੇ ਕਿਸ ਤਰ੍ਹਾਂ ਕਿਸਾਨ ਲਗਾਤਾਰ ਜ਼ਬਰਦਸਤ ਨਾਅਰੇਬਾਜ਼ੀ ਕਰ ਰਹੇ ਨੇ। ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਹੈ, ਜਿਹੜਾ ਪੁਲਿਸ ਪ੍ਰਸ਼ਾਸਨ ਵੀ ਤਾਇਨਾਤ ਹੈ। ਤੇ ਦੇਖ ਸਕਦੇ ਹੋ ਦੂਸਰੇ ਪਾਸੇ ਦੀਆਂ ਜਿਹੜੀਆਂ ਤਸਵੀਰਾਂ ਨੇ, ਪੁਲਿਸ ਦੇ ਨਾਲ ਤਲਖੀ ਜਿਹੜੀ ਹੈ ਵੱਧ ਰਹੀ ਹੈ। ਚੰਡੀਗੜ੍ਹ ਦੇ ਵਿੱਚ ਖੜੇ ਆ। ਚੰਡੀਗੜ੍ਹ ਦੀ ਜਿਹੜੀ ਸੈਕਟਰ 48 ਦੀ ਮੋਟਰ ਮਾਰਕੀਟ ਆ, ਉੱਥੇ ਵੀ ਕਿਸਾਨ ਜਿਹੜੇ ਨੇ ਇਕੱਠੇ ਹੋ ਚੁੱਕੇ ਨੇ। ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਨਾਅਰੇਬਾਜ਼ੀ, ਤੁਸੀਂ ਦੇਖ ਸਕਦੇ ਹੋ ਕਿੰਨਾ ਰੋਸ ਹੈ, ਕਿਸਾਨਾਂ ਦੇ ਵਿੱਚ ਰੋਸ ਹੈ। ਤੇ ਦੂਜੇ ਪਾਸੇ ਤਸਵੀਰਾਂ ਨੇ ਜਿਹੜੀਆਂ, ਉਹ ਟੈਂਟ ਜਿਹੜਾ ਲੱਗਿਆ ਹੋਇਆ ਭਾਜਪਾ ਵੱਲੋਂ, ਜਿਹੜਾ ਪ੍ਰੋਗਰਾਮ ਐਲਾਨਿਆ ਗਿਆ ਸੀ, ਉਸ ਦਾ ਟੈਂਟ ਲੱਗਿਆ ਹੋਇਆ, ਤਸਵੀਰਾਂ ਉਸ ਦੀਆਂ ਨੇ ਤੇ ਉਸ ਦਾ ਅੱਜ ਵਿਰੋਧ ਕੀਤਾ ਜਾ ਰਿਹਾ ਭਾਜਪਾ ਵੱਲੋਂ। ਭਾਜਪਾ ਦੇ ਵੱਡੇ ਨੇਤਾ ਨੇ ਜਿਹੜੇ, ਉਹਨਾਂ ਵੱਲੋਂ ਇਹ ਪ੍ਰੋਗਰਾਮ ਪਹਿਲਾਂ ਐਲਾਨਿਆ ਗਿਆ ਸੀ, ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਵੀ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਹੈ ਜਿਹੜਾ, ਉਸ ਬਾਰੇ ਜਾਣਕਾਰੀ ਦਿੱਤੀ ਗਈ ਕਿ ਅਸੀਂ ਹੁਣ ਇਹਨਾਂ ਦਾ ਵਿਰੋਧ ਕਰਾਂਗੇ। ਭਾਜਪਾ ਦਾ ਵਿਰੋਧ ਹੋ ਰਿਹਾ ਵੱਡੇ ਪੱਧਰ ਤੇ। ਨੌਜਵਾਨ ਖੜੇ ਨੇ, ਗੱਲਬਾਤ ਕਰਾਂਗੇ। ਕੀ ਲੱਗਦਾ ਹੁਣ ਭਾਜਪਾ ਦਾ ਤਾਂ ਵੱਡੇ ਪੱਧਰ ਤੇ ਸੂਬੇ ਭਰ ਦੇ ਵਿੱਚ ਵਿਰੋਧ ਹੋ ਰਿਹਾ, ਅੱਜ ਚੰਡੀਗੜ੍ਹ ਦੇ ਵਿੱਚ ਵੀ ਵਿਰੋਧ ਹੋ ਰਿਹਾ? ਜਿੱਥੇ ਪੰਜਾਬ 'ਚ ਜਿੱਥੇ ਭਾਜਪਾ ਆਊਗਾ ਜੀ, ਮੀਟਿੰਗ ਕਰਨ ਆਊਗਾ, ਉੱਥੇ ਵਿਰੋਧ ਹੋਊਗਾ। ਪੂਰੇ ਪੰਜਾਬ 'ਚ ਸਾਡੀ ਆਪਦੀ ਜ਼ਿੰਮੇਵਾਰੀ, ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹ ਜਾ ਕੇ ਉੱਥੇ ਵਿਰੋਧ ਕਰਨਗੇ ਜੀ, ਠੀਕ ਹੈ। ਜਿਨ੍ਹਾਂ ਦੀਆਂ ਜ਼ਮੀਰਾਂ ਮਰ ਗਈਆਂ ਨੇ, ਜਿਹੜੇ ਬੀਜੇਪੀ ਦੇ ਨਾਲ ਰਲ ਗਏ ਨੇ, ਉਹ ਨਹੀਂ ਵਿਰੋਧ ਕਰਨਗੇ। ਬਾਕੀ ਸਾਰੇ ਜਿਨ੍ਹਾਂ ਦੀ ਜ਼ਮੀਰਾਂ ਜਾਗਦੀਆਂ ਸਾਰੇ ਵਿਰੋਧ ਕਰਨਗੇ। ਇੰਨਾ ਸਮਾਂ ਹੋ ਗਿਆ ਦਿੱਲੀ ਵਿਖੇ ਕਿਸਾਨ ਬੈਠੇ ਨੇ, ਲੱਗਦਾ ਇਹਨਾਂ ਰੋਸ ਪ੍ਰਦਰਸ਼ਨਾਂ ਕਾਰਨ ਤੁਹਾਡੇ ਜਿਹੜੇ ਖੇਤੀ ਕਾਨੂੰਨ ਨੇ ਸਾਰਿਆਂ ਦੇ ਹੀ ਨੇ, ਜੋ ਸੰਯੁਕਤ ਮੋਰਚੇ ਦੀ ਕੋਲ ਹੈ, ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਨਾਲ ਅਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ। ਉੱਥੇ ਅਸੀਂ ਜਿਵੇਂ ਸਾਨੂੰ ਗਾਈਡਲਾਈਨ ਆਈਆਂ ਨੇ ਕਿ ਅਸੀਂ ਕੋਈ ਕਿਸੇ ਨੂੰ ਰੋਲਾ ਨਹੀਂ ਪਾਣਾ, ਕੋਈ ਹੁੱਲੜਬਾਜ਼ੀ ਨਹੀਂ। ਦੇਖੋ ਜਿੱਥੇ ਇੰਨਾ ਇਕੱਠ ਹੁੰਦਾ ਉੱਥੇ ਸ਼ਰਾਰਤੀ ਅਨਸਰ ਵੀ ਆਉਂਦੇ ਨੇ, ਠੀਕ ਹੈ ਜੀ। ਬਦਨਾਮ ਕੌਣ ਹੁੰਦਾ? ਕਿਸਾਨ, ਠੀਕ ਹੈ। ਜਿਹੜੀ ਸਾਡੀ ਗਾਈਡਲਾਈਨ ਆਈ ਹੋਈ ਨੇ ਉਹ ਹੈ ਕਿ ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨਾ, ਸ਼ਾਂਤੀਪੂਰਵਕ ਪ੍ਰੋਟੈਸਟ ਕਰਨਾ ਤੇ ਉਹਨਾਂ ਨੂੰ ਰੋਕਣਾ। ਗੱਲ ਹੀ ਨਹੀਂ, ਕੋਈ ਡੰਡਾ ਨਹੀਂ, ਕੋਈ ਲਾਠੀ ਨਹੀਂ। ਤੁਸੀਂ ਦੇਖ ਸਕਦੇ ਹੋ ਸਾਡੇ ਤੇ ਝੂਠੇ ਇਲਜ਼ਾਮ ਲੱਗਦੇ ਆਏ ਨੇ। ਰਾਜਪੁਰਾ 'ਚ ਜੋ ਹੋਇਆ, ਮੈਂ ਆਪ ਅਰੈਸਟ ਹੋਇਆ ਸੀ ਜੀ ਰਾਜਪੁਰਾ 'ਚ। ਸਾਡੇ ਨਾਲ ਜੋ ਰਾਜਪੁਰੇ ਹੋਇਆ, ਸਾਡੇ ਆਪ ਦੇ ਇੱਟਾਂ ਵੱਜੀਆਂ, ਗਮਲੇ ਵੱਜੇ, ਉਹਨਾਂ ਦੇ ਵੱਲੋਂ। ਨਾਮ ਕਿਹਦਾ ਹੈ? ਸਾਡਾ ਹੀ ਆਇਆ ਨਾ। ਕਹਿੰਦੇ ਸਾਡੇ ਹੱਥ 'ਚ ਤਲਵਾਰਾਂ ਨੇ, ਡੰਡੇ ਨੇ। ਦੇਖੋ ਤੁਸੀਂ ਦਿਖਾ ਦਿਓ, ਝੰਡੇ ਤੋਂ ਇਲਾਵਾ ਕਿਸੇ ਦੇ ਹੱਥ 'ਚ ਕੁਛ ਹੈ? ਠੀਕ ਹੈ ਨਾ ਜੀ। ਇਹ ਤਾਂ ਐਵੇਂ ਹੀ ਚੱਲਣਾ। ਹੁਣ ਇੱਥੇ ਮਾਰਕੀਟ 'ਚ ਕੀ ਹੋਇਆ, ਇਹਨਾਂ ਨੇ ਆਪ ਬੁਲਡੋਜ਼ਰ ਭੇਜਿਆ। ਤੁਸੀਂ ਆਪ ਸੋਚੋ, ਬੀਜੇਪੀ ਦੀ ਸਰਕਾਰ ਹੈ, ਕੋਈ ਹੋਰ ਕਿਵੇਂ ਆਰਡਰ ਦੇ ਦੂਗਾ ਕਿ ਜਾ ਕੇ ਯਾਰ ਤੋੜ ਦੋ 48 ਸੈਕਟਰ ਦੀ ਮਾਰਕੀਟ?
ਆਪ ਬੁਲਡੋਜ਼ਰ ਭੇਜਿਆ, ਆਪ ਹੀ ਰੋਕਿਆ ਤੇ ਆਪ ਹੀ ਸਾਰੇ ਚੰਗੇ ਬਣ ਗਏ। ਹੁਣ ਸਾਡੇ ਮਜ਼ਦੂਰ ਸਾਡੇ ਨਾਲ ਨੇ ਸਾਰੇ, ਜਿਹੜੇ ਵੀ ਇੱਥੇ ਮਿਸਤਰੀ ਕੰਮ ਕਰਦੇ ਸਾਰੇ ਸਾਡੇ ਨਾਲ। ਸਿਰਫ 10-12 ਬੰਦੇ ਨੇ ਜਿਹੜੇ ਬੀਜੇਪੀ ਜੁਆਇਨ ਕਰ ਚੁੱਕੇ ਨੇ ਤੇ ਉਹ ਆਪਦਾ ਪਤਾ ਨਹੀਂ ਕੀ ਧੰਨਵਾਦ ਕਰਨਾ ਚਾਹੁੰਦੇ ਨੇ। ਆਪਦਾ ਵੇ ਘਰੇ ਕਰਨ ਬਾਈ ਧੰਨਵਾਦ, ਇੱਥੇ ਨਹੀਂ। ਇਸ ਤਰ੍ਹਾਂ ਹੀ ਵਿਰੋਧ ਕੀਤਾ ਜਾਊਗਾ। ਇੱਥੇ ਹਰ ਵਾਰੀ ਵਿਰੋਧ ਕੀਤਾ ਜਾਊਗਾ, ਅੱਜ ਕੱਲ ਪਰਸੋਂ ਜਦੋਂ ਮਰਜ਼ੀ ਜੋ ਵੀ ਆਊਗਾ ਵਿਰੋਧ, ਬੀਜੇਪੀ ਦਾ ਵਿਰੋਧ ਕੀਤਾ ਜਾਊਗਾ। ਸਾਡੇ 90% ਅਸੀਂ ਸਾਰੇ ਕਿਸਾਨਾਂ ਦੇ ਪੁੱਤਰ ਹੈ। ਇਹ ਸਿਰਫ 2-4 ਬੰਦਿਆਂ ਨੇ ਰਲ ਕੇ ਸਾਡੇ ਦਿਹਾੜੀਦਾਰ ਬੰਦਿਆਂ ਦੀ ਦਿਹਾੜੀ ਖੋਲੀ। ਅੱਜ ਜਿਹੜਾ ਬੰਦਾ, ਕਿਉਂਕਿ ਸਾਡੇ ਤਕਰੀਬਨ 70% ਬੰਦੇ ਹੈਂਡ ਟੂ ਮਾਊਥ ਹੈ, ਜਿਹੜੇ ਨੇ ਜਾ ਕੇ ਸਵੇਰੇ ਕਮਾ ਕੇ ਰਾਤ ਨੂੰ ਖਾਣਾ ਹੁੰਦਾ। ਇਹਨਾਂ ਬੰਦਿਆਂ ਨੇ ਉਹਨਾਂ ਬੰਦਿਆਂ ਦੀ ਦੁਰਾਸ਼ੀਸ਼ ਲਈ ਹੈ। 7-8 ਬੰਦਿਆਂ ਨੇ ਰਲ ਕੇ ਸਾਰੀ ਮਾਰਕੀਟ ਦਾ ਕੰਮ ਬੰਦ ਕਰਾਤਾ। 4 ਚੁਫੇਰੇ ਤੁਸੀਂ ਦੇਖ ਸਕਦੇ ਹੋ ਬੈਰੀਕੇਟਿੰਗ ਹੈ, ਕਸਟਮਰ ਡਰਦਾ ਕੋਈ ਅੰਦਰ ਨਹੀਂ ਵੜੇਗਾ। ਸਾਡੇ ਜਿਤਨੇ ਮਕੈਨਿਕ ਭਰਾ ਆਪ ਜੀ ਦੇਖ ਸਕਦੇ ਹੋ ਸਾਰੇ ਕਿਸਾਨਾਂ ਦੇ ਨਾਲ ਹੈ, ਕਿਉਂਕਿ ਕਿਸਾਨਾਂ ਦੇ ਪੁੱਤ ਹੈ। ਔਰ ਸਾਡੀ ਇਹ ਤੁਹਾਡੇ ਚੈਨਲ ਰਾਹੀਂ ਇਹ ਬੇਨਤੀ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ, ਬੀਜੇਪੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਿਤੇ ਵੀ ਕੋਈ ਵੀ ਸਟੇਜ ਨਾ ਲਾਵੇ, ਅਸੀਂ ਇਸੇ ਤਰ੍ਹਾਂ ਵਿਰੋਧ ਕਰਾਂਗੇ। ਜਾਂ ਤਾਂ ਸਾਡੀ ਗੱਲ ਉੱਪਰ ਤੱਕ ਪਹੁੰਚਦੀ ਕਰੋ ਵੀ ਭਾਈ ਸਾਡੇ ਜੁੱਤੀਆਂ ਲੱਗੀਆਂ ਪੈਣ। ਉਹ ਦਿਨ ਦੂਰ ਨਹੀਂ ਜਦੋਂ ਕੁਰਸੀ ਤੋਂ ਖਿੱਚ ਕੇ ਥੱਲੇ ਗੇਰਨਾ ਆ ਰਿਹਾ ਸਮਾਂ ਉਹ ਵੀ। ਸੋ ਬੇਨਤੀ ਹੈ ਬੀਜੇਪੀ ਦੇ ਸਾਰੇ ਨੁਮਾਇੰਦਿਆਂ ਨੂੰ ਵੀ ਭਾਈ ਤੁਸੀਂ ਸਾਡੇ ਭੈਣ ਭਰਾ ਹੀ ਹੋ, ਵਿਰੋਧ 'ਚ ਨਾ ਖੜੋ, ਹੱਕ 'ਚ ਖੜੋ, ਹਾਂ ਦਾ ਨਾਰਾ ਮਾਰੋ। ਅਸੀਂ ਤੁਹਾਨੂੰ ਪਤਾ ਹੋਣਾ ਸ਼੍ਰੀ ਜੋਸ਼ੀ ਜੀ ਹੈ ਪੰਜਾਬ ਦੇ ਬੀਜੇਪੀ ਦੇ ਨੁਮਾਇੰਦੇ ਸੀ, ਉਹਨਾਂ ਨੇ ਸ਼ਰੇਆਮ ਬੀਜੇਪੀ ਛੱਡ ਕੇ ਕਿਸਾਨ ਭਰਾਵਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਸੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਇਸੇ ਤਰ੍ਹਾਂ ਜੇਕਰ ਚੰਡੀਗੜ੍ਹ ਦੇ ਨੁਮਾਇੰਦੇ ਕਿਸਾਨਾਂ ਦੇ ਹੱਕ 'ਚ ਖੜ ਕੇ ਹਾਂ ਦਾ ਨਾਰਾ ਮਾਰਨਾ, ਅਸੀਂ ਉਹਨਾਂ ਦੇ ਨਾਲ ਹਾਂ। ਇਹ ਜਿੰਨੇ ਵੀ ਮਕੈਨਿਕ ਭਰਾ ਨੇ ਸਾਰੇ ਕਿਸਾਨਾਂ ਦੇ ਹੀ ਪੁੱਤਰ ਨੇ। ਸਿਰਫ 5-6 ਢਾਬੇ ਵਾਲੇ ਆ ਜਾਂ ਕੋਈ ਜਿਹੜਾ ਕੋਈ ਹੋਰ 1-2 ਬੀਜੇਪੀ 'ਚ ਨਵਾਂ ਰੁਲਿਆ, ਆਪਣਾ ਨਾਂ ਚਮਕਾਉਣ ਦੀ ਖਾਤਰ 70% ਬੰਦਿਆਂ ਦੀ ਢਿੱਡ ਤੇ ਲੱਤ ਮਾਰੀ ਹੈ ਜੀ ਇਹਨਾਂ ਬੰਦਿਆਂ ਨੇ। ਇਹਨਾਂ ਨੂੰ ਸ਼ਰਮ ਚਾਹੀਦੀ ਆ, ਰੱਬ ਦੀ ਮਾਰ ਪਵੇਗੀ ਇਹਨਾਂ ਤੇ। ਅੱਜ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਚੰਡੀਗੜ੍ਹ ਦੇ ਵਿੱਚ ਨਾ ਹੁਣ ਸਿਆਸੀ ਮਾਹੌਲ ਗਰਮ ਹੈ। ਚੰਡੀਗੜ੍ਹ ਦਸੰਬਰ 'ਚ ਐਮਸੀ ਦੀ ਇਲੈਕਸ਼ਨ ਆ ਰਹੀ ਹੈ। ਸੋ ਇਹਨਾਂ ਨੇ ਹੁਣ ਆਪਣੇ ਨੰਬਰ ਬਣਾਉਣੇ ਟਿਕਟਾਂ ਲੈਣ ਦੇ ਲਈ। ਸੋ ਇੱਥੇ ਜਿਹੜਾ ਕਿ ਇਹਨਾਂ ਨੇ ਦੱਸਿਆ ਹੋਇਆ ਹੈ ਕਿ ਮੋਟਰ ਮਾਰਕੀਟ ਦਾ ਪ੍ਰੋਗਰਾਮ ਹੈ, ਇਹ ਮੋਟਰ ਮਾਰਕੀਟ ਦਾ ਪ੍ਰੋਗਰਾਮ ਨਹੀਂ ਹੈ। ਇੱਥੇ ਇੱਕ ਬੰਦੇ ਦਾ ਢਾਬਾ ਹੈ ਜੋ ਢਾਬੇ ਦਾ ਕੰਮ ਕਰਦਾ ਹੈ। ਸੋ ਉਹਨੇ ਆਪਣੀ ਟਿਕਟ ਲੈਣੀ ਹੈ। ਸੰਜੇ ਟੰਡਨ ਦਾ ਗੁਲਾਮ ਹੈ, ਚਮਚਾ ਹੈ, ਉਹਨੂੰ ਖੁਸ਼ ਕਰਨ ਦੇ ਲਈ ਇੱਥੇ ਅੱਜ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੈ। ਜਿੰਨੇ ਕਿ ਮਜ਼ਦੂਰ ਵੀਰ ਨੇ, ਜੋ ਅੰਦਰ ਮਿਸਤਰੀ ਵੀਰ ਨੇ, ਉਹ ਸਾਡੇ ਨਾਲ ਅੱਜ ਬਾਹਰ ਆ ਕੇ ਖੜ ਗਏ ਨੇ। ਕਿਉਂ? ਅੱਜ ਜੇ ਉਹਨਾਂ ਨੇ ਸਵੇਰੇ ਕੰਮ ਕਰਨਾ ਸੀ, ਸ਼ਾਮ ਨੂੰ ਦਿਹਾੜੀ ਲੈ ਕੇ ਘਰ ਜਾਣਾ ਸੀ। ਇਸ ਕਰਕੇ ਮਜ਼ਦੂਰ ਵੀਰਾਂ ਨੂੰ ਪਤਾ ਹੈ ਉਹ ਜਾਗਦੀ ਜ਼ਮੀਰ ਵਾਲੇ ਨੇ। ਕਿਉਂ? ਆਟਾ, ਰਿਫਾਈਨਡ, ਸਿਲੰਡਰ ਉਹਨਾਂ ਦੇ ਘਰ ਚਾਹੀਦਾ ਵਾ। ਸੋ ਜੋ ਅਸੈਂਸ਼ੀਅਲ ਕਮੋਡਿਟੀ ਹੈ, ਅੱਜ ਉਹਦੀ ਰੇਟ ਨੂੰ ਲਗਾਮ ਨਹੀਂ ਮੋਦੀ ਸਰਕਾਰ ਪਾ ਸਕਦੀ। ਤਾਂ ਇਸ ਕਰਕੇ ਸਾਨੂੰ ਜੜ੍ਹਾਂ ਵੱਢਣੀਆਂ ਪੈਣੀਆਂ। ਜੜ੍ਹਾਂ ਐਮਸੀ ਤੋਂ ਸਟਾਰਟ ਹੋਣੀ ਹੈ, ਛੋਟੇ ਲੈਵਲ ਤੋਂ ਸਟਾਰਟ ਹੋਣੀ ਹੈ, ਪੰਚਾਇਤ ਤੋਂ ਸਟਾਰਟ ਹੋਣੀ ਹੈ। ਸੋ ਚੰਡੀਗੜ੍ਹ ਦੇ ਵਿੱਚ ਸਿਆਸੀ ਮਾਹੌਲ ਗਰਮ ਹੈ। ਬੀਜੇਪੀ ਦੇ ਚਮਚਿਆਂ ਨੇ ਉਹਨਾਂ ਨੂੰ ਆਪਣਾ ਦਿਖਾਣਾ ਕਿ ਮੇਰਾ ਇੱਥੇ ਸਿਸਟਮ ਹੈ, ਮੈਨੂੰ ਇੱਥੇ ਟਿਕਟ ਦਿੱਤੀ ਜਾਵੇ। ਪਰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕੋ ਸਲਾਹ ਦੇਵਾਂਗਾ, ਜਿੱਥੇ ਵੀ ਕੋਈ ਬੀਜੇਪੀ ਦਾ ਸਟੇਜ ਸ਼ੋ ਹੋਏਗਾ ਉੱਥੇ ਐਵੇਂ ਪ੍ਰੋਟੈਸਟ ਚੱਲੇਗਾ। ਤੁਸੀਂ ਵੇਖ ਸਕਦੇ ਹੋ ਕਿਸਾਨਾਂ ਦੇ ਵਿੱਚ ਰੋਸ ਹੈ। ਲਗਾਤਾਰ ਕਿਸਾਨ ਨਾਅਰੇਬਾਜ਼ੀ ਕਰ ਰਹੇ ਨੇ। ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਹੈ। ਅੱਜ ਸੈਕਟਰ 48 ਦੀ ਮੋਟਰ ਮਾਰਕੀਟ ਵਿਖੇ ਭਾਜਪਾ ਆਗੂਆਂ ਵੱਲੋਂ ਇੱਕ ਪ੍ਰੋਗਰਾਮ ਐਲਾਨਿਆ ਗਿਆ ਸੀ, ਜਿਸ ਦਾ ਲਗਾਤਾਰ ਵਿਰੋਧ ਹੋ ਰਿਹਾ। ਗੱਲਬਾਤ ਕਰਾਂਗੇ। ਹਾਂਜੀ, ਕੀ ਨਾਮ ਜੀ ਆਪਣਾ? मेरा नाम प्रेमलता है। ਕਿੱਥੋਂ ਜੀ ਤੁਸੀਂ? हम चंडीगढ़ से हैं। ਅੱਜ ਵਿਰੋਧ ਪ੍ਰਦਰਸ਼ਨ ਵਿੱਢਿਆ ਗਿਆ ਕਿਸਾਨਾਂ ਵੱਲੋਂ, ਕੀ ਕਹਿਣਾ ਚਾਹੁੰਦੇ ਹੋ? देखो, मोदी सरकार को वहम है कि दिसंबर में एमसी का काउंसलर का इलेक्शन लड़के हम जीत जाएंगे, लेकिन उनको इतना नहीं पता कि 99% जो है जनता आपसे तंग हो चुकी है। आज यहाँ पर टंडन जी ने प्रोग्राम करना था, उसके लिए हम सभी किसान भाई आए हैं। और जो किसानों को कहते हैं कि इसमें वो किसान राजनीति खेल रहे हैं, तो उसको बहुत तकड़ी गलतफहमी है मोदी सरकार को। ऐसा कुछ नहीं है। मैं भी हरियाणा से हूँ, किसान की बेटी हूँ। चंडीगढ़ में रहने लगी तो इसका मतलब मैं चंडीगढ़ की नहीं रह गई हूँ। ठीक है, रोटी सबको खानी है, चाहे वो बिजनेसमैन हो, चाहे जो मर्जी हो। 200 रुपये किलो आटा हो जाएगा तो एक किसान अकेले तो रोटी खानी नहीं है, तो सबके लिए कि मुसीबत हो जाएगी अगर किसान जो एक तीनों काले कानून अगर लागू हो गए। तो इसलिए वक्त आने पर यूपी में भी, हरियाणा में भी और यहाँ भी, जब सारी की सारी जगह से मोदी हारेगा, उसके मुंह पे चप्पल लगेगी, तो हो सकता है वो तब ले काले कानून। उससे पहले ले ले तो बेटर है। ਕਦੋਂ ਤੋਂ जुड़े हुए हो किसानी आंदोलन के नाल, किसानी संघर्ष के नाल? से काले कानून लागू हुए हैं तब से हम 34 और 35 की लाइटों पे परमानेंट खड़े होते हैं 5 से 7:30 8 बजे तक। और हम दिल्ली भी जा चुके हैं। मोदी को शर्म आनी चाहिए। वहाँ पर जो तंबुओं में इतनी गर्मी में सर्दी में बैठे हैं, उनको देख के रोना आ जाता है नॉर्मल पब्लिक को। तो मोदी इतना बेशरम हो चुका है, वो हिटलर है, कि उसको शर्म नहीं आती है कि किसान भाई वहाँ पर बैठे हैं, उनके बच्चे घर पर तंग हो रहे हैं। कितने किसान भाई शहीद हो चुके हैं, उनकी फैमिली किस स्थिति
झोपड़ी में जी रही है, कैसे वो अपना गुजारा कर रही है। तो मोदी बेशरम को शर्म नहीं आती, वो काले कानून अगर वापस ले ले तो क्या उसका ईगो कम हो जाएगा क्या? अगर वापस ले लेता है तो हो सकता है पब्लिक उसे माफ़ कर दे, लेकिन वो इतना बेशर्म हो चुका है कि वो ठस से मस नहीं हो रहा है। लेकिन ठस से मस हम भी नहीं होएंगे, हम भी कभी भी, चाहे हमें 2 साल लगो 3 साल लगो, हम पीछे नहीं हटेंगे। किसान भाई, हर एक चंडीगढ़ का चौक है जिस पर पब्लिक खड़ी होती है। छोटे छोटे बच्चे देखो आप, 4-4, 5-5 साल के, 2-2 साल के मोदी के नारे लगाते हैं, तो क्या उसको उसके रोंगटे खड़े नहीं होते बेशरम के वहाँ सुन के? तो इसलिए हम आज विरोध कर रहे हैं और दिसंबर के एमसी इलेक्शन तक सभी ऐसे ही विरोध करते रहेंगे। और मोदी सरकार की जो है यहाँ पर बीजेपी की हम एक भी सीट नहीं निकलने देंगे। आप चंडीगढ़ की हालात देख रहे हो, कहाँ दूसरे नंबर पे पहले नंबर पे होता था, और जब से मोदी भगत पैदा हुए यहाँ पर 20वें 21वें नंबर पे आ रहा है। सिलेंडर के रेट देखो आप, 840 रुपये हो रहा है। दालों के रेट देखो। हम लोगों ने स्कूटी और गाड़ियाँ घरों में साइडों में खड़ी कर दी क्योंकि पेट्रोल डलवाने के लिए हमारे पास पैसा नहीं है, तो हमने वो सेल पे लगा रखी है। मोदी भक्तों को शर्म आनी चाहिए। एक औरत को जो एक रसोई है उन्हें सारी हदें पार कर रखी है। दाल, चावल, पेट्रोल, जितना भी जो भी खाद्य पदार्थ सब है किसानों के, वो सब कुछ है इतने महंगे हो गए हैं कि मोदी बेशर्म हो चुका है, ठस से मस नहीं हो रहा है। यूटी चंडीगढ़ ਹੁਣ ਤੁਸੀਂ ਦੇਖ ਸਕਦੇ ਹੋ ਕਿਸਾਨ ਲਗਾਤਾਰ ਭਾਜਪਾ ਦਾ ਵਿਰੋਧ ਕਰ ਰਹੇ ਨੇ। ਕੇਂਦਰ ਸ਼ਾਸਿਤ ਪ੍ਰਦੇਸ਼ ਹੈ यूटी ਚੰਡੀਗੜ੍ਹ ਦੇ ਵਿੱਚ ਅੱਜ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਹੈ। ਨੌਜਵਾਨ ਖੜੇ ਹੈ, ਨੌਜਵਾਨ ਗੱਲਬਾਤ ਕਰਾਂਗੇ। ਅੱਜ ਵਿਰੋਧ ਪ੍ਰਦਰਸ਼ਨ ਕਰਨ ਆਏ ਹੋ, ਲੱਗਦਾ ਹੈ ਕਿ ਹੁਣ ਭਾਜਪਾ ਤੇ ਕੋਈ ਅਸਰ ਪਊਗਾ ਕਿਉਂਕਿ 7 ਮਹੀਨੇ ਤਾਂ ਪਹਿਲਾਂ ਹੀ ਹੋ ਚੁੱਕੇ ਨੇ ਕਿ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਨੂੰ ਬੈਠਿਆਂ ਨੂੰ? 9.5-10 ਮਹੀਨੇ ਸਾਨੂੰ ਅੰਦੋਲਨ ਚਲਾਉਂਦੇ ਨੂੰ ਹੋ ਗਏ ਨੇ। 2-2.5 ਮਹੀਨੇ ਸਾਡਾ ਪੰਜਾਬ 'ਚ ਰਿਹਾ, ਕਦੇ ਰੇਲਵੇ ਟਰੈਕ ਤੇ ਕਦੇ ਬਾਜ਼ਾਰਾਂ ਤੇ ਪੰਜਾਬ ਬੰਦ ਦੇ ਸੱਦੇ ਸੀ। ਉਹ ਤੋਂ ਬਾਅਦ 7-7.5 ਮਹੀਨੇ ਸਾਨੂੰ ਦਿੱਲੀ ਬੈਠੇ ਨੂੰ ਹੋ ਗਏ ਨੇ। ਬੀਜੇਪੀ ਨੂੰ ਫਰਕ ਪੈ ਚੁੱਕਿਆ। ਜੇ ਬੀਜੇਪੀ ਨੂੰ ਫਰਕ ਨਾ ਹੁੰਦਾ ਤਾਂ ਬੀਜੇਪੀ ਇਹ ਕੰਮ ਨਾ ਕਰਦੀ ਕਿ ਟਾਈਮ ਦੇ ਕੇ ਪ੍ਰੋਗਰਾਮ ਕਿਤੇ ਹੋਰ ਕਰਨਾ, ਟਾਈਮ ਕਿਤੇ ਹੋਰ ਦਾ ਦੇਣਾ। ਬੀਜੇਪੀ ਦਾ ਨਾ ਅਸੀਂ ਧੂਣਾ ਆ ਚੁੱਕਿਆ। ਬੀਜੇਪੀ ਨੂੰ ਪਤਾ ਕਿ ਸਾਡਾ ਹਾਲ ਦੇਸ਼ 'ਚ ਇਹ ਹੋਇਆ ਹੋਇਆ। ਇਹਨਾਂ ਦਾ ਜਿਹੜਾ ਸਵਾਗਤ ਲੋਕੀ ਕਰ ਰਹੇ ਨੇ, ਤੁਹਾਨੂੰ ਪਤਾ ਕਿ ਅੱਗੇ ਲੀਡਰ ਕੋਈ ਆਇਆ ਕਰਦੇ ਸਵਾਗਤ ਕਿੱਦਾਂ ਸੀ, ਪਰ ਹੁਣ ਜਦੋਂ ਕਿਸੇ ਨੂੰ ਬੀਜੇਪੀ ਦਾ ਕਹਿ ਦੋ ਲੀਡਰ, ਬੀਜੇਪੀ ਦਾ ਸਵਾਗਤ ਜੁੱਤੀਆਂ ਨਾਲ ਹੀ ਹੋਣਾ ਭਾਵੇਂ ਕਿਤੇ ਹੋ ਜੇ। ਜਦੋਂ ਤੱਕ ਇਹਨਾਂ ਨੂੰ ਸਾਡੇ ਦਿਖਦੇ ਨੇ 10 ਮਹੀਨੇ ਹੋ ਚੱਲੇ ਨੇ ਸਾਨੂੰ ਅੰਦੋਲਨ ਚਲਾਉਂਦਿਆਂ ਨੂੰ। 7.5 ਮਹੀਨੇ ਸਾਡੇ ਬੱਚੇ, ਬਜ਼ੁਰਗ, ਬੀਬੀਆਂ ਸੜਕ ਤੇ ਬੈਠੇ ਨੇ। ਅਸੀਂ ਇਹਨਾਂ ਨੂੰ ਇੱਥੇ ਪ੍ਰੋਗਰਾਮ ਕਰਨ ਦੇ ਦਈਏ? ਫਿਰ ਤੇ ਅਸੀਂ ਮਰ ਗਏ ਆ। ਜਿਹੜੇ ਬੰਦੇ ਘਰੇ ਬੈਠੇ ਨੇ ਇਹ ਸੋਚੋ ਕਿ ਜੇ ਤੇ ਬੰਦੇ ਦੀ ਜ਼ਮੀਰ ਮਰ ਚੁੱਕੀ ਹੈ ਫਿਰ ਤੇ ਥੱਲੇ ਨੂੰ ਮੂੰਹ ਕਰਕੇ ਜੀ ਸਕਦਾ। ਨਹੀਂ ਤਾਂ ਇਹ ਅੰਦੋਲਨ ਰੋਟੀ ਖਾਣ ਵਾਲਿਆਂ ਦਾ ਅੰਦੋਲਨ ਹੈ, ਜ਼ਮੀਨ ਵਾਲਿਆਂ ਦਾ ਅੰਦੋਲਨ ਹੈ, ਜ਼ਮੀਰ ਵਾਲੇ ਦਾ ਅੰਦੋਲਨ ਬਣ ਚੁੱਕਿਆ ਹੈ। ਇਹ ਆਪਾਂ ਨੂੰ ਲੜਨਾ ਪਊਗਾ, ਭਾਵੇਂ ਸਾਰੇ ਕੋਈ ਵੀ ਭਾਈਚਾਰਾ ਹੈ। ਪੱਤਰਕਾਰੇ ਭਾਈਚਾਰੇ ਦੀ ਇਹ 'ਚ ਬੜੀ ਵੱਡੀ ਅਹਿਮੀਅਤ ਰਹੀ ਹੈ ਅੰਦੋਲਨ 'ਚ। ਤੁਹਾਨੂੰ ਪਤਾ ਵੀ ਜਿਹੜਾ ਕੋਈ ਸੱਚ ਦਿਖਾਉਂਦਾ ਗੌਰਮੈਂਟ ਉਹਦੇ ਖਿਲਾਫ ਹੈ। ਪੱਤਰਕਾਰਾਂ ਦੇ ਵੀ ਕਿੰਨਿਆਂ ਤੇ ਪਰਚੇ ਦੇ ਨੇ, ਅੰਦਰ ਕਰੇ ਨੇ। ਇਹ ਸਾਨੂੰ ਲੜਨਾ ਪਊਗਾ। ਇਹ ਸੋਚ ਲਓ ਕਿ ਆਪਾਂ ਅੱਜ ਆਉਣ ਵਾਲੀਆਂ 5-7 ਪੀੜ੍ਹੀਆਂ ਦਾ ਅੰਦੋਲਨ ਲੜ ਰਹੇ ਹਾਂ। ਆਪਣਾ ਇਕੱਲਾ ਨਾ ਲੜੋ, ਆਉਣ ਵਾਲੀਆਂ 5-7 ਪੀੜ੍ਹੀਆਂ ਦਾ ਅੰਦੋਲਨ ਲੜ ਰਹੇ ਹਾਂ। ਬੀਜੇਪੀ ਦਾ ਇਸੇ ਤਰ੍ਹਾਂ ਵਿਰੋਧ ਰਹੇਗਾ ਜਦੋਂ ਤੱਕ ਸਾਡੇ ਕਾਨੂੰਨ ਰੱਦ ਨਹੀਂ ਹੋ ਜਾਂਦੇ। ਤੁਸੀਂ ਵੇਖ ਸਕਦੇ ਹੋ ਕਿਸਾਨਾਂ ਦੇ ਵਿੱਚ ਰੋਸ ਹੈ ਕਿ ਸਾਡੀਆਂ ਗੱਲਾਂ ਨੇ ਉਹ ਮੰਨੀਆਂ ਨਹੀਂ ਜਾ ਰਹੀਆਂ, ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ। ਕੇਂਦਰੀ ਖੇਤੀ ਕਾਨੂੰਨ ਜਿਹੜੇ ਲਗਾਤਾਰ ਜਿਨ੍ਹਾਂ ਖਿਲਾਫ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ, ਉਹਨਾਂ ਖਿਲਾਫ ਰੋਸ ਪ੍ਰਦਰਸ਼ਨ ਚੱਲ ਰਹੇ ਨੇ। ਪਹਿਲਾਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਕਿਸੇ ਵੀ ਭਾਜਪਾ ਆਗੂ ਤੇ ਭਾਜਪਾ ਨੇਤਾ ਦੀ ਐਂਟਰੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਉਸ ਦਾ ਵਿਰੋਧ ਕੀਤਾ ਜਾਵੇਗਾ। ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਸੀ ਕਿ ਭਾਜਪਾ ਆਗੂਆਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਤੇ ਹੁਣ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਭਾਜਪਾ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾ ਰਹੇ ਤੇ ਕਿਸਾਨਾਂ ਦਾ ਇਹੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਇਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਕਰਦੇ ਰਹਿਣਗੇ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਹ ਲਗਾਤਾਰ ਵਧਦਾ ਜਾ ਰਿਹਾ। ਜਿੱਥੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਬੈਠੇ ਹੋਏ ਨੇ ਤੇ ਸੂਬੇ ਭਰ ਦੇ ਵਿੱਚ ਪਹਿਲਾਂ ਹੀ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਭਾਜਪਾ ਨੇਤਾਵਾਂ ਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ। ਉੱਥੇ ਹੀ ਚੰਡੀਗੜ੍ਹ ਵਿਖੇ ਵੀ ਭਾਜਪਾ ਵੱਲੋਂ ਇੱਕ ਪ੍ਰੋਗਰਾਮ ਐਲਾਨਿਆ ਗਿਆ ਸੀ। ਸੈਕਟਰ 48 ਦੀ ਮੋਟਰ ਮਾਰਕੀਟ ਵਿਖੇ ਖੜੇ ਆ ਇਸ ਵੇਲੇ ਅਸੀਂ। ਤੁਸੀਂ ਵੇਖ ਸਕਦੇ ਹੋ ਟੈਂਟ ਲੱਗਿਆ ਹੋਇਆ। ਇੱਥੇ ਭਾਜਪਾ ਦੇ ਆਗੂ ਨੇ ਜਿਹੜੇ ਉਹਨਾਂ ਨੇ ਆਉਣਾ ਹੈ। ਸੰਜੇ ਟੰਡਨ ਵਰਗੇ ਵੱਡੇ ਜਿਹੜੇ ਨੇਤਾ ਨੇ, ਆਗੂ ਨੇ ਭਾਜਪਾ ਦੇ, ਉਹਨਾਂ ਨੇ ਇੱਥੇ ਆਉਣਾ ਹੈ। ਇੱਥੇ ਪ੍ਰਬੰਧਕ ਮੌਜੂਦ ਨੇ, ਗੱਲਬਾਤ ਕਰਦੇ ਆ। ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਇੱਥੇ ਭਾਜਪਾ ਆਗੂਆਂ ਨੇ ਆਉਣਾ ਹੈ, ਉਹਨਾਂ ਦਾ ਵਿਰੋਧ ਹੋ ਰਿਹਾ ਹੈ। सर सबसे पहले तो बात यह है कि ये भाजपा का प्रोग्राम नहीं है, ये कोई भारतीय जनता पार्टी का प्रोग्राम नहीं है। ये न्यू ऑटो मोटर मार्केट सेक्टर 48 की कमेटी का प्रोग्राम है। ये पूरी मार्केट का प्रोग्राम है। बोलिए। और
भाजपा आगू तो यहाँ पर आ रहे हैं इसलिए किसान पहुँच चुके हैं, क्योंकि उनका ये कहना है कि कोई भी भाजपा आगू किसी भी प्रोग्राम पे अगर जा रहा है या फिर वो आगू प्रोग्राम ऐलान रहे हैं तो उसका विरोध किया जाएगा। कैसे देखते हैं इस विरोध प्रदर्शन को? इस विरोध प्रदर्शन को मैं ठीक नहीं समझता, क्योंकि ये भारतीय जनता पार्टी के जो नेता यहाँ पर आ रहे हैं, पहली बात तो वो सिर्फ भारतीय जनता पार्टी के नहीं, जो मेयर है वो पूरे चंडीगढ़ शहर का मेयर है, वो सिर्फ भारतीय जनता पार्टी का मेयर नहीं है। दूसरी बात, अगर मेयर ने या भारतीय जनता पार्टी के अध्यक्ष के अगर कहने से अगर हमारे मार्केट के 10 काम हुए हैं, जो पार्टी सत्ता में है, और अगर वो मज़दूरों का, ये भी मज़दूरों की मार्केट है, ठीक है, ये भी कामगारों की मार्केट है, अगर कामगारों के वो काम करवाती है, साथ में खड़े होते हैं, तो मैं समझता हूँ कि उनका धन्यवाद करने में कोई गलत बात नहीं है। ਤੁਸੀਂ ਕਿਸਾਨਾਂ ਦੇ ਨਾਲ ਹੋ ਇਸ ਵੇਲੇ? ਕਿਉਂਕਿ ਖੇਤੀ ਕਾਨੂੰਨ ਨੇ ਜਿਹੜੇ ਉਹ ਤਾਂ ਲਾਗੂ ਹੋਏ ਨੇ, ਕਿਸਾਨ ਵਿਰੋਧ ਕਰ ਰਹੇ ਨੇ, ਤੁਸੀਂ ਸਮਰਥਨ ਦੇ ਰਹੇ ਹੋ ਕਿਸਾਨਾਂ ਨੂੰ? किसानों के समर्थन में हमने इस मार्केट ने 2-3 बार प्रदर्शन किए हैं। वही कमेटी जो आज भाजपा के मेयर का यहाँ पर प्रोग्राम कर रही है, इसी कमेटी ने और इससे पिछली कमेटी ने भी किसानों के समर्थन में प्रदर्शन किया है। किसानों के दुख में ये कमेटी भी दुखी है, किसानों के दुख में ये पूरी मार्केट दुखी है। लेकिन मेरा अनुरोध उन किसानों से ये है कि अगर भारतीय जनता पार्टी के, फिर बात तो यह है कि भी मेयर भारतीय जनता पार्टी से बने हैं, मेयर तो वो चंडीगढ़ शहर के हैं। अगर चंडीगढ़ शहर के मेयर ने हमारे काम करवाए हैं और इस मार्केट को खुशी बख्शी है, तो उस खुशी में अगर किसान हमारा साथ नहीं दे सकते, तो मैं समझता हूँ कम से कम हमें इस धन्यवाद करने से तो उनको रोकना नहीं चाहिए। किसानां वालों ये पहला ऐलान कर दिता गया सी कि भाजपा वालों कोई भी प्रोग्राम किया जाता है जां फिर भाजपा उत्थे मौजूद होंदी है, असीं उन्हां दा विरोध किया करांगे। उस दे बावजूद भी अज भाजपा दे जिहड़े आगू तुसीं सद्दे ने, तुहानूं पहलां ये लग्गिआ नहीं कि किसान पहलां ही गुस्से दे विच ने? कोई हो सकदा है कि किसान इत्थे आउण, विरोध किया जावे, असीं अजिहा जिहड़ा प्रोग्राम है बाद दे विच ऐलान कर दईए, जदों सारा मामला ठंडा हो जावे, खेती कानून ने जिहड़े रद्द हो जाण, उस दे बाद कुछ इहो जिहा प्रोग्राम कर दिता जावे? देखिए, ऐसा नहीं हो सकता। जिस चीज़ की ज़रूरत आज है उसके कल हम उसको नहीं कर सकते। धन्यवाद करने की ज़रूरत हमें बहुत पहले थी, जब उन्होंने ये हमारे 2 बड़े काम किए थे 28 मार्च के दिन, तब से हम ये धन्यवाद का समय ढूंढ रहे थे। लेकिन कोरोना काल के प्रतिबंध की वजह से हम ऐसा नहीं कर पाए। लेकिन ऐसा नहीं है कि अगर हिंदुस्तान के किसी एक वर्ग की कोई समस्या है तो बाकी के वर्ग अपनी खुशी या अपना धन्यवाद करने का कार्यक्रम रद्द कर दें। हम उनकी दुख में भी शामिल हैं, हम अपनी खुशी भी मना सकते हैं। और मैं एक बात और कहना चाहूँगा, क्या आप ये समझते हैं कि ये जितने बाहर खड़े हैं सब किसान हैं? ये सब किसान नहीं हो सकते। यदि आप चाहें तो वहाँ पर जाकर के उनकी परीक्षा ले सकते हैं, उनको पूछ सकते हैं, किसी से पूछिए कि रबी की फसल क्या होती है, क्या किसी ने कभी हल चलाया है, क्या इनको ये पता है कि आज जिस भारतीय जनता पार्टी का ये विरोध कर रहे हैं, मैं किसी पार्टी विशेष की बात नहीं कर रहा हूँ वैसे, लेकिन मैं अखबारों के माध्यम से मैंने आज से 4 दिन पहले पढ़ा कि इस बार हिंदुस्तान में रिकॉर्ड तोड़ खरीद हुई है गेहूँ की। तो ये किसान ये कैसे कह सकते हैं कि भाई भारतीय जनता पार्टी उनकी दुश्मन है? मैं मानता हूँ कुछ उनकी समस्याएं हैं, शायद उन समस्याओं का ज्ञान हमें भी ना हो पूरा, लेकिन अगर कोई समस्याएं हैं भी तो मैं दिल से कमेटी की तरफ से ये कहता हूँ कि हम उनके दुख में दुखी हैं। हम ये भी कर सकते हैं कि अगर कल को किसान यहाँ पर के कोई प्रदर्शन करें, हम उनके प्रदर्शन में भी शामिल हो सकते हैं, बशर्ते कि वो प्रदर्शन किसी के खुशी की विरोध में ना हो। आज ये हमारा खुशी का समय है, ये हमारा धन्यवाद देने का समय है, वो विरोध हमारे धन्यवाद का कर रहे हैं, भारतीय जनता पार्टी का नहीं कर रहे हैं। यहाँ पर ना ही कोई भारतीय जनता पार्टी आगू है, लेकिन जिन्होंने हमारा साथ दिया हम उनका धन्यवाद करेंगे। इसमें कोई अगर एक विशेष वर्ग नाराज़ भी होता है तो बेशक होता रहे, हम अपना काम कर रहे हैं और हम उनसे कहेंगे कि वो अपना काम करें। फिर भी हम उनसे ये विनती करेंगे, उनसे अनुरोध करेंगे कि जब भी उनको हमारी ज़रूरत हो अपनी समस्या का समाधान करने के लिए, तो हम उनके बीच में खड़े होंगे। ਅੱਜ ਭਾਜਪਾ ਆਗੂ ਆਉਣਗੇ ਇੱਥੇ, ਤੁਸੀਂ ਕਿਹਾ ਕਿ ਅਸੀਂ ਕਿਸਾਨੀ ਦੇ ਨਾਲ ਖੜੇ ਆ, ਕਿਸਾਨੀ ਦਾ ਸਮਰਥਨ ਕਰਦੇ ਆ, ਅਪੀਲ ਕਰੋਗੇ ਭਾਜਪਾ ਆਗੂਆਂ ਨੂੰ ਕਿ ਉਹ ਹੋ ਸਕੇ ਕਿ ਆਪਣੇ ਜਿਹੜੇ ਵੱਡੇ ਆਗੂ ਨੇ ਉਹਨਾਂ ਤੱਕ ਗੱਲ ਪਹੁੰਚਾਉਣ, ਅਸਲ ਤਸਵੀਰ ਆ ਪੰਜਾਬ ਦੀ ਉਹ ਪਹੁੰਚਾਉਣ? जैसा कि मैंने कहा कि हो सकता है उन सभी समस्याओं का मुझे ज्ञान ना हो, लेकिन इतनी अपील, पहली बात तो ये इस लेवल पर अपील कोई काम नहीं करती। ये जो समस्या का समाधान होना है ये बहुत हाई लेवल से होना है। ये जो स्थानीय शीर्ष नेता है इनका कोई रोल नहीं है, लेकिन फिर भी
अगर मेरी अपील से इनकी समस्या का कोई भी समाधान होता है तो मैं आज इन भारतीय जनता पार्टी के नेताओं से अपील करूंगा कि ऐसे कुछ यत्न किए जाएं ताकि किसानों की समस्याओं का समाधान जल्दी से जल्दी हो। ਤਾਂ ਇਹ ਸਨ ਪ੍ਰਬੰਧਕ ਜਿਨ੍ਹਾਂ ਨੇ ਗੱਲ ਆਪਣੀ ਸਾਹਮਣੇ ਰੱਖੀ ਹੈ ਕਿ ਜਿਹੜੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਉਹ ਸਾਰੇ ਹੀ ਕਿਸਾਨ ਨਹੀਂ ਹੋ ਸਕਦੇ। ਵੱਖ-ਵੱਖ ਵਰਗਾਂ ਦੇ ਲੋਕ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਜਿਨ੍ਹਾਂ ਨੂੰ ਇਹਨਾਂ ਨੇ ਗਲਤ ਠਹਿਰਾਇਆ। ਬਾਕੀ ਹੁਣ ਤੁਸੀਂ ਦੱਸੋ ਕਿ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਜਾਇਜ਼ ਹੈ ਜਾਂ ਫਿਰ ਨਹੀਂ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਹੁਣ ਪਹੁੰਚ ਚੁੱਕੇ ਨੇ ਭਾਜਪਾ ਆਗੂ ਤੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਕਿਸਾਨਾਂ ਦਾ ਰੋਸ ਚਰਮ ਤੇ ਹੈ। ਤੁਸੀਂ ਵੇਖ ਸਕਦੇ ਹੋ ਗੁੱਸਾ ਚਰਮ ਤੇ ਹੈ ਕਿਸਾਨਾਂ ਵੱਲੋਂ। ਲਗਾਤਾਰ ਦੇਖ ਸਕਦੇ ਹੋ ਇੱਧਰ ਪੁਲਿਸ ਪ੍ਰਸ਼ਾਸਨ ਨਾਲ ਭਿੜਦੇ ਨਜ਼ਰ ਆ ਰਹੇ ਨੇ ਜਿਹੜੇ ਕਿਸਾਨ ਨੇ ਤੇ ਧੱਕਾ ਮੁੱਕੀ ਜਿਹੜੀ ਸ਼ੁਰੂ ਹੋ ਚੁੱਕੀ ਹੈ। ਇੱਕ ਪਾਸੇ ਪੁਲਿਸ ਪ੍ਰਸ਼ਾਸਨ ਦੂਜੇ ਪਾਸੇ ਕਿਸਾਨ ਨੇ ਜਿਹੜੇ ਤੁਸੀਂ ਵੇਖ ਸਕਦੇ ਹੋ ਜਿਹੜੀ ਧੱਕਾ ਮੁੱਕੀ ਜਾਰੀ ਹੈ। ਕਿਸਾਨਾਂ ਦਾ ਰੋਸ ਹੈ ਭਾਜਪਾ ਆਗੂਆਂ ਖਿਲਾਫ। ਤੁਸੀਂ ਵੇਖ ਸਕਦੇ ਹੋ ਹੁਣ ਦੀਆਂ ਤਸਵੀਰਾਂ ਕਿਸਾਨਾਂ ਦਾ ਜਿਹੜਾ ਰੋਸ ਹੈ ਉਹ ਚਰਮ ਤੇ ਹੈ। ਗੁੱਸੇ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਨੇ ਤੇ ਪੁਲਿਸ ਦੇ ਨਾਲ ਧੱਕਾ ਮੁੱਕੀ ਜਿਹੜੀ ਹੈ ਉਹ ਵੀ ਵੇਖਣ ਨੂੰ ਮਿਲੀ ਤੇ ਬੈਰੀਗੇਟਿੰਗ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ ਕਿਸਾਨਾਂ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਸਿਖਰ ਤੇ ਪਹੁੰਚ ਚੁੱਕਿਆ ਹੈ। ਇੱਕ ਪਾਸੇ ਪੁਲਿਸ ਇੱਕ ਪਾਸੇ ਕਿਸਾਨ ਤੁਸੀਂ ਵੇਖ ਸਕਦੇ ਹੋ ਜਿਹੜਾ ਰੋਸ ਹੈ ਕਿਸਾਨਾਂ ਦਾ ਉਹਨਾਂ ਦੇ ਚਿਹਰਿਆਂ ਤੇ ਸਾਫ਼ ਨਜ਼ਰ ਆ ਰਿਹਾ ਹੈ। ਕਿਸ ਤਰ੍ਹਾਂ ਕਿਸਾਨ ਨੇ ਜਿਹੜੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਨੇ ਭਾਜਪਾ ਆਗੂਆਂ ਖਿਲਾਫ ਤੇ ਉਸੇ ਥਾਂ ਕਿਸਾਨ ਬੈਠ ਚੁੱਕੇ ਨੇ। ਤਸਵੀਰਾਂ ਦੇ ਰਾਹੀਂ ਤੁਸੀਂ ਜਿਹੜੀਆਂ ਗੁੱਸੇ ਦੀਆਂ ਤਸਵੀਰਾਂ ਨੇ ਕਿਸਾਨਾਂ ਦੀਆਂ ਰੋਸ ਦੀਆਂ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ। ਇਹਨਾਂ ਕਿਸਾਨਾਂ ਦੇ ਇਰਾਦੇ ਪੂਰੇ ਪੱਕੇ ਨੇ। ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨ ਬਹਿ ਚੁੱਕੇ ਨੇ ਜਿੱਥੇ ਪ੍ਰੋਗਰਾਮ ਐਲਾਨਿਆ ਗਿਆ ਸੀ ਉੱਥੇ ਹੀ ਬਾਹਰ ਬਹਿ ਚੁੱਕੇ ਨੇ ਕਿਸਾਨ ਤੇ ਪੁਲਿਸ ਵੱਲੋਂ ਕਿਸਾਨਾਂ ਨੂੰ ਉਠਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਬੈਨਰ ਤੇ ਪੁਲਿਸ ਵੱਲੋਂ ਜਿਹੜੀ ਕਿਸਾਨ ਨੂੰ ਚੁੱਕਿਆ ਜਾ ਰਿਹਾ ਉਹ ਬੈਠੇ ਨੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਮਾਹੌਲ ਜਿਹੜਾ ਤਣਾਅਪੂਰਨ ਬਣਦਾ ਜਾ ਰਿਹਾ ਹੈ। ਵੇਖ ਸਕਦੇ ਹੋ ਤੁਸੀਂ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉੱਥੇ ਹੀ ਬਹਿ ਜਾਣਗੇ ਗੇਟ ਦੇ ਸਾਹਮਣੇ ਬਹਿ ਜਾਣਗੇ ਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਏਗਾ। ਤੁਸੀਂ ਵੇਖ ਸਕਦੇ ਹੋ ਜਿਹੜਾ ਰੋਸ ਹੈ ਜਿਹੜਾ ਮਾਹੌਲ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਹੈ। ਇਸ ਵੇਲੇ ਕਿਸਾਨ ਨੇ ਜਿਹੜੇ ਗੁੱਸੇ ਦੇ ਵਿੱਚ ਨੇ ਤੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਬੈਠਣ ਦੀ ਗੱਲ ਆਖੀ ਜਾ ਰਹੀ ਹੈ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਗ੍ਹਾ ਖਾਲੀ ਕਰ ਦਿੱਤੀ ਜਾਵੇ। ਸ਼ਾਂਤੀ ਪੂਰਵਕ ਜਿਹੜਾ ਪ੍ਰਦਰਸ਼ਨ ਆ ਉਹ ਕੀਤਾ ਜਾਵੇ। ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਹੈ ਪਰ ਕਿਸਾਨਾਂ ਵੱਲੋਂ ਗੇਟ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿਸਾਨਾਂ ਦੇ ਨਾਲ। ਹਾਂਜੀ ਭਾਜਪਾ ਆਗੂ ਮੌਜੂਦ ਨੇ ਪਹੁੰਚ ਚੁੱਕੇ ਨੇ। ਕੋਈ ਗੱਲ ਨਹੀਂ ਜੀ ਉਹ ਅਸੀਂ ਬਾਹਰ ਖੜੀ ਵਿਰੋਧ ਕਰਾਂਗੇ ਜਿੰਨਾ ਵੀ ਸਾਡੇ ਪਾ ਹੋ ਰਿਹਾ ਅਸੀਂ ਬਾਹਰ ਖੜ ਕੇ ਕਰੂੰਗੇ ਜੀ। ਪਰ ਚਲੋ ਇਹ ਤਾਂ ਚੋਰਾਂ ਵਾਂਗੂ ਆਉਂਦੇ ਆ ਕੋਈ ਸ਼ਰੇਆਮ ਆ ਕੇ ਦਿਖਾਏ ਤਾਂ ਪਤਾ ਵੀ ਲੱਗੇ ਵੀ ਇਹ ਕਿਆ ਹੈ ਇਹ ਕਿਆ ਹੈ। ਕੋਈ ਸਰਕਾਰ ਨਾਲ ਪੁਲਿਸ ਦੇ ਸਹਿਯੋਗ ਨਾਲ ਇਹ ਅੱਗੇ ਵਧ ਰਹੇ ਹੈ ਕੋਈ ਠੀਕ ਗੱਲ ਨਹੀਂ ਹੈਗੀ। ਅਸੀਂ ਤਾਂ ਕਹਿ ਰਹੇ ਹਾਂ ਵੀ ਇਹ ਜਮਾਂ ਗਲਤ ਹੋ ਰਿਹਾ ਆ। ਵੇਖ ਸਕਦੇ ਹੋ ਤੁਸੀਂ ਤਸਵੀਰਾਂ ਰਾਹੀਂ ਵੇਖ ਸਕਦੇ ਹੋ ਕਿਸਾਨ ਨੇ ਜਿਹੜੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਬੈਰੀਗੇਡਿੰਗ ਕੋਲ ਵੀ ਕਿਸਾਨ ਨੇ ਜਿਹੜੇ ਉਹ ਬੈਰੀਗੇਡ ਤੋੜ ਕੇ ਅੱਗੇ ਵੱਧ ਚੁੱਕੇ ਨੇ। ਤਸਵੀਰਾਂ ਵੇਖ ਸਕਦੇ ਹੋ ਕਿਸਾਨ ਮਾਰਕੀਟ ਵੱਲ ਵਧਦੇ ਨਜ਼ਰ ਆ ਰਹੇ ਨੇ। ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਗੇਟ ਵੱਲ ਮਾਰਕੀਟ ਦੇ ਗੇਟ ਵੱਲ ਵਧਦੇ ਜਾ ਰਹੇ ਨੇ ਕਿਸਾਨ। ਪਹਿਲਾਂ ਦੂਜੇ ਪਾਸੇ ਬੈਰੀਗੇਡਿੰਗ ਕੀਤੀ ਗਈ ਸੀ ਤਾਂ ਕਿ ਕਿਸਾਨ ਉੱਥੇ ਹੀ ਰਹਿਣ ਅੱਗੇ ਨਾ ਵੱਧ ਸਕਣ ਪਰ ਹੁਣ ਕਿਸਾਨ ਨੇ ਜਿਹੜੇ ਅੱਗੇ ਵਧਦੇ ਨਜ਼ਰ ਆ ਰਹੇ ਨੇ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਰਾਹੀਂ ਕਿਸ ਤਰ੍ਹਾਂ
ਭਾਜਪਾ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਬੈਰੀਕੇਡ ਤੋੜ ਦਿੱਤੇ ਗਏ ਨੇ ਤੇ ਸੰਜੇ ਟੰਡਨ ਮੁਰਦਾਬਾਦ ਦੇ ਜਿਹੜੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮਹਿਲਾਵਾਂ ਨਾਲ ਗੱਲਬਾਤ ਕਰਾਂਗੇ। ਹਾਂਜੀ, ਕੀ ਨਾਮ ਹੈ ਜੀ ਆਪਣਾ? ਪਰਮਜੀਤ। ਤੇ ਅੱਜ ਵਿਰੋਧ ਪ੍ਰਦਰਸ਼ਨ ਅੱਜ ਪਾੜਨੇ ਆ, ਲੀਰੋ ਲੀਰ ਕਰਨੀ ਹੈ ਜੀ। ਇਹ ਸਰਕਾਰ ਇਹਨੂੰ ਦੱਸਣਾ ਪਤਾ ਵੀ ਇੱਕਣਾ ਉਹ ਕਰਦੇ ਇੱਕਣਾ ਕਿਸਾਨਾਂ ਨੂੰ ਤੰਗ ਕਰਦੇ ਆ। ਤਾਂ ਹੀ ਆਏ ਆ ਅਸੀਂ ਅੱਜ ਇਹਨੂੰ ਅੱਜ ਸਮਾਰ ਕੇ ਦੱਸਾਂਗੇ। ਇਹ ਲੱਗਿਆ ਹੋਇਆ ਇੱਥੇ ਮੀਟਿੰਗਾਂ ਕਰਨ ਕਿਸਾਨਾਂ ਨਾਲ ਤਾਂ ਨਹੀਂ ਇਹ ਗੱਲ ਕਰ ਸਕਦੇ। ਇਹ ਆਪਸ 'ਚ ਲੱਗੇ ਹੋਏ ਮੀਟਿੰਗਾਂ ਕਰਨ। ਅੱਜ ਕਰਾਉਣੇ ਇਹਨੂੰ ਮੀਟਿੰਗਾਂ। ਹੁਣ ਕਾਹਦਾ ਛੁਪ ਰਹੇ ਆ? ਹੁਣ ਕਿਉਂ ਲੁਕੇ ਹੋਏ ਆ? ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਹੋ ਰਿਹਾ ਹੈ। ਲਗਾਤਾਰ ਜਿਹੜੇ ਕਿਸਾਨ ਹੁਣ ਗੇਟ ਦੇ ਬਾਹਰ ਇਕੱਠੇ ਹੋਣਾ ਸ਼ੁਰੂ ਹੋ ਗਏ ਨੇ। ਨੌਜਵਾਨ ਨੇ, ਬੀਬੀਆਂ ਨੇ, ਬਜ਼ੁਰਗ ਨੇ ਜਿਹੜੇ ਉਹ ਗੇਟ ਦੇ ਬਾਹਰ, ਮਾਰਕੀਟ ਦੇ ਗੇਟ ਦੇ ਬਾਹਰ ਖੜੇ ਹੋ ਚੁੱਕੇ ਨੇ। ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ, ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ। ਭਾਜਪਾ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕਿਸਾਨਾਂ ਵੱਲੋਂ ਇਸ ਤਰ੍ਹਾਂ ਹੀ ਤੁਹਾਡਾ ਵਿਰੋਧ ਕੀਤਾ ਜਾਵੇਗਾ। ਕਿਸੇ ਵੀ ਜਗ੍ਹਾ ਤੁਸੀਂ ਪ੍ਰੋਗਰਾਮ ਐਲਾਨੋ, ਅਸੀਂ ਤੁਹਾਡਾ ਵਿਰੋਧ ਕਰਾਂਗੇ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਫਿਲਹਾਲ ਦੀਆਂ ਤਸਵੀਰਾਂ ਗੇਟ ਦੇ ਬਾਹਰ, ਮਾਰਕੀਟ ਦੇ ਗੇਟ ਦੇ ਬਾਹਰ ਕਿਸਾਨ ਜਮ੍ਹਾਂ ਹੋ ਚੁੱਕੇ ਨੇ। ਇਕੱਠ ਜਿਹੜਾ ਕਿਸਾਨਾਂ ਦਾ ਉਹ ਹੋ ਚੁੱਕਿਆ ਹੈ। ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਹੱਥ ਦੇ ਵਿੱਚ ਕਿਸਾਨੀ ਝੰਡੇ, ਕਾਲੀਆਂ ਝੰਡੀਆਂ, ਭਾਜਪਾ ਦਾ ਵਿਰੋਧ। ਤਸਵੀਰਾਂ ਸਾਂਝਾ ਟੀਵੀ ਦੇ ਉੱਤੇ ਤੁਸੀਂ ਵੇਖ ਸਕਦੇ ਹੋ। ਗੇਟ ਨੂੰ ਵੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਰੋਸ ਪ੍ਰਦਰਸ਼ਨ ਜਿਹੜਾ ਸ਼ਾਂਤਮਈ ਰਹੇ, ਕਿਸੇ ਤਰ੍ਹਾਂ ਦੀ ਵੀ ਕੋਈ ਵੀ ਅਣਹੋਣੀ ਘਟਨਾ ਇੱਥੇ ਨਾ ਵਾਪਰੇ। ਇਸ ਕਰਕੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਤੈਨਾਤ ਹੈ, ਚੰਡੀਗੜ੍ਹ ਪੁਲਿਸ ਤੈਨਾਤ ਹੈ ਤੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਜਾਵੇ। ਤੁਸੀਂ ਵੇਖ ਸਕਦੇ ਹੋ ਇਸ ਵੇਲੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਥੋੜੀਆਂ ਤਣਾਅਪੂਰਨ ਜ਼ਰੂਰ ਬਣ ਸਕਦੀਆਂ ਨੇ ਕਿਉਂਕਿ ਕਿਸਾਨਾਂ ਦਾ ਰੋਹ ਸਿਖਰ ਤੇ ਹੈ ਤੇ ਜਿਹੜੀ ਨਾਅਰੇਬਾਜ਼ੀ ਵੀ ਲਗਾਤਾਰ ਜਾਰੀ ਹੈ। ਤਸਵੀਰ ਦੇਖ ਸਕਦੇ ਹੋ ਤੁਸੀਂ, ਗੇਟ ਦੇ ਉੱਤੇ ਚੜ੍ਹ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਗੇਟ ਖੋਲ੍ਹਣ ਦੀ ਜਿਹੜੀ ਕੋਸ਼ਿਸ਼ ਉਹ ਕਿਸਾਨਾਂ ਵੱਲੋਂ ਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਰੋਸ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਦੇ ਨਾਲ ਹੀ ਹੋਣਾ ਚਾਹੀਦਾ। ਹਾਲਾਂਕਿ ਕਿਸਾਨਾਂ ਵੱਲੋਂ ਕੋਈ ਅਜਿਹੀ ਚੀਜ਼ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਮਾਹੌਲ ਖਰਾਬ ਹੋ ਜਾਵੇ। ਬਸ ਇੱਕ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ, ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਨੇ ਭਾਜਪਾ ਆਗੂਆਂ ਨੂੰ। ਤੁਸੀਂ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ, ਕਿਸਾਨੀ ਝੰਡੇ ਤੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮਾਹੌਲ ਕਿਸੇ ਵੀ ਵੇਲੇ ਤਣਾਅਪੂਰਨ ਬਣ ਸਕਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਵੇਲੇ, ਕਿਸੇ ਵੀ ਤਰ੍ਹਾਂ ਦੀ ਚੀਜ਼ ਇੱਥੇ ਜਾਂ ਫਿਰ ਘਟਨਾ ਕਹਿ ਦਈਏ ਉਹ ਵਾਪਰ ਸਕਦੀ ਹੈ ਕਿਉਂਕਿ ਕਿਸਾਨਾਂ ਦਾ ਜਿਹੜਾ ਗੁੱਸਾ ਹੈ ਉਹ ਸਿਖਰ ਤੇ ਹੈ। ਪਹਿਲਾਂ ਹੀ ਕਿਸਾਨਾਂ ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਅਸੀਂ ਭਾਜਪਾ ਆਗੂਆਂ ਦਾ ਵਿਰੋਧ ਕਰਾਂਗੇ। ਕਿਤੇ ਵੀ ਭਾਜਪਾ ਆਗੂ ਕਿਸੇ ਵੀ ਪ੍ਰੋਗਰਾਮ 'ਚ ਪਹੁੰਚਣ ਜਾਂ ਫਿਰ ਭਾਜਪਾ ਆਗੂਆਂ ਵੱਲੋਂ ਪ੍ਰੋਗਰਾਮ ਕੀਤੇ ਜਾਣ, ਅਸੀਂ ਉਹਨਾਂ ਦਾ ਵਿਰੋਧ ਕਰਾਂਗੇ। ਤੇ ਉਸੇ ਲੜੀ ਤਹਿਤ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਵਿਖੇ ਸੈਕਟਰ 48 ਦੀ ਮੋਟਰ ਮਾਰਕੀਟ ਵਿਖੇ ਭਾਜਪਾ ਆਗੂਆਂ ਨੇ ਆਉਣਾ ਸੀ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਜਿਹੜੀਆਂ ਸੜਕ ਤੇ ਬਹਿ ਕੇ ਪਿੱਟ ਰਹੀਆਂ ਨੇ ਭਾਜਪਾ ਨੂੰ, ਤੁਸੀਂ ਵੇਖ ਸਕਦੇ ਹੋ। ਇੱਕ ਨਿੱਕਾ ਜਿਹਾ ਬੱਚਾ ਤੇ ਨਾਲ ਮਹਿਲਾਵਾਂ, ਤੁਸੀਂ ਵੇਖ ਸਕਦੇ ਹੋ ਸੜਕ ਤੇ ਤਸਵੀਰਾਂ ਜਿਹੜੀਆਂ ਨੇ। ਸੜਕ ਦੇ ਉੱਤੇ ਇੱਕ ਤਸਵੀਰ ਜਿਹੜੀ ਕਿਸਾਨਾਂ ਦੀ, ਮਹਿਲਾਵਾਂ ਜਿਹੜੀਆਂ ਨੇ ਨਾਅਰੇਬਾਜ਼ੀ ਕਰ ਰਹੀਆਂ ਨੇ। Get
ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸਾਨਾਂ ਨੂੰ ਚੁੱਕ ਕੇ ਜਿਹੜੀ ਹੁਣ ਬੱਸ ਦੇ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਗਿਆ। ਤਸਵੀਰਾਂ ਥੋੜੀਆਂ ਤਣਾਅਪੂਰਨ ਬਣਦੀਆਂ ਨਜ਼ਰ ਆ ਰਹੀਆਂ ਨੇ। ਦੇਖ ਸਕਦੇ ਹੋ ਤੁਸੀਂ ਧੱਕਾ ਮੁੱਕੀ ਹੈ ਜਿਹੜੀ ਧੱਕਾ ਮੁੱਕੀ ਸ਼ੁਰੂ ਹੋ ਚੁੱਕੀ ਹੈ। ਪੁਲਿਸ ਵੱਲੋਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ। ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪੁਲਿਸ ਵੱਲੋਂ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਨਾਲ ਹੀ ਨਾਅਰੇਬਾਜ਼ੀ ਵੀ ਜਿਹੜੀ ਹੈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਬੀਜੇਪੀ ਸਰਕਾਰ ਮੁਰਦਾਬਾਦ ਦੇ ਨਾਅਰੇ, ਸੰਜੇ ਟੰਡਨ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਨੇ। ਵੇਖ ਸਕਦੇ ਹੋ ਤੁਸੀਂ ਬੱਸਾਂ ਦੇ ਵਿੱਚ ਕਿਸਾਨਾਂ ਨੂੰ ਭਰਨਾ ਸ਼ੁਰੂ ਕਰ ਦਿੱਤਾ ਗਿਆ। ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਕਿਸਾਨਾਂ ਨੂੰ। ਬੱਸਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਤੁਸੀਂ ਵੇਖ ਸਕਦੇ ਹੋ ਹੁਣ ਹੌਲੀ ਹੌਲੀ ਕਿਸਾਨ ਜਿਹੜੇ ਨੇ ਉਹ ਬੱਸਾਂ ਦੇ ਵਿੱਚ ਭਰਨੇ ਸ਼ੁਰੂ ਕਰ ਦਿੱਤੇ ਜਾ ਰਹੇ ਨੇ ਤੇ ਲਗਾਤਾਰ ਕਿਸਾਨ ਨਾਅਰੇਬਾਜ਼ੀ ਕਰ ਰਹੇ ਨੇ। ਪੁਲਿਸ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਤੁਸੀਂ ਵੇਖ ਸਕਦੇ ਹੋ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਤਣਾਅਪੂਰਨ ਬਣਦੀਆਂ ਨਜ਼ਰ ਆ ਰਹੀਆਂ ਨੇ। ਬੱਸ ਦੇ ਵਿੱਚ ਭਰਨੇ ਸ਼ੁਰੂ ਕਰ ਦਿੱਤੇ ਗਏ ਨੇ। ਕਿਸਾਨ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ, ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਬੱਸ ਦੇ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਗਿਆ। ਵੇਖ ਸਕਦੇ ਹੋ ਤੁਸੀਂ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਜਿਹੜੀ ਮਾਹੌਲ ਜਿਹੜਾ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ। ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਲੈ ਕੇ ਕਿਸਾਨਾਂ ਨੂੰ ਬੱਸਾਂ ਦੇ ਵਿੱਚ ਭਰਨਾ ਸ਼ੁਰੂ ਕਰ ਦਿੱਤਾ ਗਿਆ। ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਕਿਸਾਨਾਂ ਨੂੰ। ਤੁਹਾਨੂੰ ਦੱਸ ਦਈਏ ਕਿ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਸੀ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਜਿਹੜੀ ਇਕੱਠ ਜਿਹੜਾ ਕੀਤਾ ਗਿਆ ਸੀ ਤੇ ਜ਼ਬਰਦਸਤ ਨਾਅਰੇਬਾਜ਼ੀ ਅਜੇ ਵੀ ਕੀਤੀ ਜਾ ਰਹੀ ਹੈ। ਬੱਸ ਦੇ ਵਿੱਚ ਜਿਹੜੇ ਪੁਲਿਸ ਅਧਿਕਾਰੀ ਨੇ, ਪੁਲਿਸ ਪ੍ਰਸ਼ਾਸਨ ਹੈ, ਬੱਸ ਦੇ ਵਿੱਚ ਕਿਸਾਨਾਂ ਨੂੰ ਭਰ ਰਹੀ ਹੈ ਤੇ ਉਧਰ ਤੁਸੀਂ ਵੇਖ ਸਕਦੇ ਹੋ ਬਜ਼ੁਰਗ ਨੇ ਜਿਹੜੇ ਬਜ਼ੁਰਗ ਵੀ ਜੱਦੋਜਹਿਦ ਕਰਦੇ ਨਜ਼ਰ ਆ ਰਹੇ ਹਨ ਪੁਲਿਸ ਪ੍ਰਸ਼ਾਸਨ ਦੇ ਨਾਲ। ਤੇ ਇਸ ਵੇਲੇ ਮਾਹੌਲ ਹੈ ਜਿਹੜਾ ਥੋੜਾ ਤਣਾਅਪੂਰਨ ਬਣ ਚੁੱਕਿਆ ਹੈ। ਤੁਸੀਂ ਵੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਬਜ਼ੁਰਗ ਕਿਸਾਨ ਪੁਲਿਸ ਪ੍ਰਸ਼ਾਸਨ ਦੇ ਨਾਲ ਜੱਦੋਜਹਿਦ ਕਰਦਾ ਨਜ਼ਰ ਆ ਰਿਹਾ ਹੈ। ਤੇ ਇਸ ਵੇਲੇ ਜਿਹੜੇ ਕਿਸਾਨ ਨੇ ਬੱਸ ਦੇ ਵਿੱਚ ਬਿਠਾ ਲਏ ਗਏ ਨੇ ਤੇ ਲਗਾਤਾਰ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਇਹੀ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ ਕੇਂਦਰੀ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ, ਪਰ ਭਾਜਪਾ ਜੋ ਕੇਂਦਰ ਦੇ ਵਿੱਚ ਬੈਠੀ ਹੈ ਉਹਨਾਂ ਵੱਲੋਂ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਪਰ ਹੁਣ ਕਿਸਾਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ, ਜੋ ਕਿ ਚੰਡੀਗੜ੍ਹ ਵਿਖੇ ਭਾਜਪਾ ਦਾ ਵਿਰੋਧ ਕਰ ਰਹੇ ਸੀ। ਚੰਡੀਗੜ੍ਹ ਦੇ ਸੈਕਟਰ 48 ਮੋਟਰ ਮਾਰਕੀਟ ਵਿਖੇ ਇੱਕ ਪ੍ਰੋਗਰਾਮ ਐਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਭਾਜਪਾ ਆਗੂਆਂ ਨੇ ਆਉਣਾ ਸੀ ਤੇ ਉੱਥੇ ਹੀ ਹੁਣ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਕਿਸਾਨ ਨੇ हमारा साथ देते, पर ये बेशरम है, ये मोदी के भगत है सारे के सारे जो हमें जबरदस्ती उठा के लेके जा रहे हैं। मोदी सरकार आवाज बंद करनी चाहते हैं किसानों की, पर आवाज बंद नहीं होगी। ये आवाज इदां नहीं बंद होगी। सानू ਤੁਸੀਂ ਵੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਅਗਲੀਆਂ ਤਸਵੀਰਾਂ ਕੀ ਨੇ। ਇੱਥੇ ਟਰੈਕਟਰ ਹੈ ਜਿਹੜਾ ਟਰੈਕਟਰ ਲਿਆਇਆ ਗਿਆ ਕਿਸਾਨਾਂ ਵੱਲੋਂ ਤੇ ਬੱਸ ਦੇ ਅੱਗੇ ਜਿਹੜਾ ਟਰੈਕਟਰ ਹੈ ਉਹ ਖੜਾ ਕਰ ਦਿੱਤਾ ਗਿਆ ਹੈ। ਤੁਸੀਂ ਵੇਖ ਸਕਦੇ ਹੋ ਕਿਸਾਨ ਬੈਠੇ ਨੇ ਉੱਤੇ ਤੇ ਜਿਹੜੀ ਬੱਸ ਹੈ ਬੱਸ ਭਰੀ ਗਈ ਹੈ ਕਿਸਾਨਾਂ ਦੀ ਬੱਸ ਜਿਹੜੀ ਭਰ ਦਿੱਤੀ ਗਈ ਹੈ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ। ਤੇ ਉਸਦੇ ਅੱਗੇ ਜਿਹੜੇ ਟਰੈਕਟਰ ਕਿਸਾਨਾਂ ਵੱਲੋਂ ਖੜਾ ਕਰ ਦਿੱਤਾ ਗਿਆ ਹੈ ਕਿ ਅਸੀਂ ਹੁਣ ਇਹਨਾਂ ਕਿਸਾਨ ਵੀਰਾਂ ਨੂੰ, ਮਹਿਲਾਵਾਂ ਨੂੰ, ਇਹਨਾਂ ਨੂੰ ਅੱਗੇ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਲੈ ਜਾਣ ਦਿੱਤਾ ਜਾਵੇਗਾ। ਤਸਵੀਰਾਂ ਨੇ ਜਿਹੜੀਆਂ ਤਣਾਅਪੂਰਨ ਬਣਦੀਆਂ ਨਜ਼ਰ ਆ ਰਹੀਆਂ ਨੇ। ਉੱਥੇ ਤੁਸੀਂ ਵੇਖ ਸਕਦੇ ਹੋ ਤਸਵੀਰ ਜਿਹੜੀ ਆ ਟਰੈਕਟਰ ਦੇ ਉੱਤੇ ਕਿਸਾਨ ਬੈਠੇ ਨੇ ਤੇ ਟਰੈਕਟਰ ਖੜਾ ਕਰ ਦਿੱਤਾ ਗਿਆ ਬੱਸ ਦੇ ਅੱਗੇ। ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਤਸਵੀਰਾਂ ਤਣਾਅਪੂਰਨ ਬਣਦੀਆਂ। ਜ਼ਿੰਦਾਬਾਦ। ਤੁਸੀਂ ਵੇਖ ਸਕਦੇ ਹੋ ਜਿਹੜਾ ਕਿਸਾਨਾਂ ਦਾ ਰੋਸ ਹੈ ਚਰਮ ਤੇ ਹੈ। ਰੋਸ ਦੇ ਵਿੱਚ ਕਿਸਾਨ ਨਜ਼ਰ ਆ ਰਹੇ ਨੇ ਤੇ ਉਧਰ ਪੁਲਿਸ
ਪੁਲਿਸ ਪ੍ਰਸ਼ਾਸਨ ਵੱਲੋਂ ਟਰੈਕਟਰ ਨੂੰ ਹਟਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਹੈ ਕਿ ਟਰੈਕਟਰ ਹਟਾ ਲਿਆ ਜਾਵੇ ਤਾਂ ਕਿ ਬੱਸ ਹੈ ਜਿਹੜੀ ਉਹ ਆਪਣੇ रूट वाल वध सके। तुसीं वेख सकते हो जिहड़ा रोस है, नारेबाजी लगातार जारी है, लगातार किसानों वालों नारेबाजी की जा रही है तो पुलिस प्रशासन वालों अपनी ड्यूटी निभाई जा रही है तो ट्रैक्टर नूं हटाउण दीयां जिहड़ियां कोशिशां जारी ने। निरंतर किसानों वालों जिहड़ा रोस प्रदर्शन है, किसानों का रोह वेखण नूं मिल रहा है। इस वेले जबरदस्त नारेबाजी जी किसानों वालों भी की जा रही है। एक पासे बस खड़ी है तो दूजे पासे ट्रैक्टर जिहड़ा बस के अगे लगा दिता गया है। पुलिस प्रशासन वालों किसान को समझाया जा रहा है कि ट्रैक्टर को हटा लिया जाए ताकि बस अगे वधाई जा सके, पर किसान वालों जिहड़ा ट्रैक्टर है ट्रैक्टर उत्थे ही खड़ा कर दिता गया। तो दूजे पासे किसानों वालों पिछे की जिहड़ी तस्वीर है उत्थे किसानों वालों जिहड़ा नारेबाजी की जा रही है, जोरदार नारेबाजी किसानों वालों की जा रही है। तो उसके अगे जिहड़ा ट्रैक्टर खड़ा है, ट्रैक्टर नूं हटाउण दी कोशिशां जिहड़ियां पुलिस प्रशासन वालों निरंतर जारी ने। तो एक पासे बस खड़ी है तो दूजे पासे ट्रैक्टर, माहौल तनावपूर्ण हुंदा दिखाई दे रहा है। ट्रैक्टर जिहड़ा अजे तक नहीं हिलिया तो पुलिस प्रशासन वालों गलबात की जा रही है किसान आगू दे नाल, जां फिर किसान कह लीए कि ट्रैक्टर हटा लिया जाए। दूजे पासे ट्रैक्टर उत्थे ही खड़ा है अपनी जगह ते। माहौल तनावपूर्ण होता नजर आ रहा है, नारेबाजी लगातार जारी है, गलबात जारी है किसान दी ते पुलिस प्रशासन के अधिकारी जिहड़े गलबात करने की कोशिश कर रहे हैं कि ट्रैक्टर नूं हटा लिया जाए, पर ट्रैक्टर उसी थां ते खड़ा है। माहौल जिहड़ा तनावपूर्ण बनता नज़र आ रहा है। तो तुहानूं दस दईए कि भाजपा वालों एक प्रोग्राम ऐलानिया गया सी, पर भाजपा जिहड़े प्रबंधक ने, जिहड़े प्रोग्राम के प्रबंधक ने, उन्हों का कहना है कि इत्थे प्रोग्राम होर सी पर भाजपा आगूआं नूं निमंत्रण दिता गया सी। तो दूजे पासे तुसीं वेख सकते हो जिहड़ा वाटर कैनन का इस्तेमाल हो सकता है। तो दूजे पासे वाटर कैनन की जिहड़ी गड्डी है, गड्डी वादी नज़र आ रही है जिथे किसान खड़े ने। तो हो सकता है कि वाटर कैनन का इस्तेमाल हो जाए। माहौल तनावपूर्ण बनता नज़र आ रहा है। वाटर कैनन की जिहड़ी गड्डी है, गड्डी जिहड़ी पहुँच चुकी है तो ट्रैक्टर उत्थे ही खड़ा जिथे पहला खड़ा सी। मैं कोशिश करांगा कि तुहानूं वाटर कैनन दी तस्वीरां भी तुहानूं दिखावां, तुहाडे नाल साझियां करां। तुसीं वेख सकदे हो माहौल जिहड़ा तनावपूर्ण बन सकदा है, वाटर कैनन का इस्तेमाल हो सकता है। तस्वीरां दे विच वाटर कैनन दी गड्डी तुसीं वेख सकदे हो। ते इधर किसान ने जिहड़े किसान खड़े ने, किसान कह रहे हैं कि तुसीं चला दो। इधर दूजा ट्रैक्टर भी वादा नज़र आ रहा है। तुसीं वेख सकदे हो दूजा ट्रैक्टर भी अगे वादा नज़र आ रहा है। ते किसानां दा रोस चरम ते है, रोस आसमान चढ़िया। तुसीं वेख सकते हो किसानां दा गुस्सा। ते ट्रैक्टर नूं अगे करने की कोशिश की जा रही है। एक पासे जिहड़ी वाटर कैनन की गड्डी खड़ी है, ट्रैक्टर अगे वाधा होया। तस्वीरां ट्रैक्टर अगे वधण दियां तुसीं वेख सकते हो। तस्वीरां ने माहौल जिहड़ा तनावपूर्ण बनता नज़र आ रहा है। पुलिस प्रशासन अगे वड्डी चुनौती जिहड़ी वो बन चुकी है, किस तरह माहौल नूं शांत किया जाए, ये पुलिस प्रशासन अगे चुनौती बन चुकी है। एक पासे वाटर कैनन की गड्डी, दूजे पासे किसानों नाल भरी पुलिस की गड्डी जो इस वेले खाली करवा दी गई है। पर दूजे पासे तुसीं देख सकते हो ट्रैक्टर भी हटा लिया गया क्योंकि गड्डी खाली करवा दी गई है। किसानों नाल गलबात करने तो बाद पुलिस प्रशासन ने किसान कढ़ दिते ने गड्डी विचों। उधरों दूजे पासे ट्रैक्टर भी हटा लिया गया। इत्थे किसानों का रोस तुसीं वेख सकते हो। लगातार किसानों विचाले तलखीवादी नजर आ रही है। सैक्टर 48 मोटर मार्केट चंडीगढ़ दी तस्वीरां, किसानों वालों जोरदार नारेबाजी लगातार की जा रही है। इस विचकार
ਭਾਜਪਾ ਆਗੂਆਂ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਨੇ। ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਰੋਸ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਲਾਹਨਤਾਂ ਪਾਈਆਂ ਜਾ ਰਹੀਆਂ ਨੇ ਭਾਜਪਾ ਆਗੂਆਂ ਨੂੰ। ਤੁਹਾਨੂੰ ਦੱਸ ਦਈਏ ਕਿ ਸੈਕਟਰ 48 ਦੀ ਮੋਟਰ ਮਾਰਕੀਟ ਵਿਖੇ ਅੱਜ ਇੱਕ ਪ੍ਰੋਗਰਾਮ ਐਲਾਨਿਆ ਗਿਆ ਸੀ, ਜਿਸ ਦੇ ਵਿੱਚ ਭਾਜਪਾ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਇਸ ਸੱਦੇ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵਾਟਰ ਕੈਨਨ ਦੀ ਗੱਡੀ ਇਸ ਵੇਲੇ ਆ ਚੁੱਕੀ ਹੈ। ਹੋ ਸਕਦਾ ਹੈ ਕਿ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾਵੇ। ਲਗਾਤਾਰ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਤਣਾਅਪੂਰਨ ਬਣਦੀਆਂ। ਉਧਰ ਮਹਿਲਾਵਾਂ, ਬੱਚੇ, ਬਜ਼ੁਰਗ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਂਦੇ ਹੋਏ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਨੇ। ਕੇਂਦਰ ਸਰਕਾਰ ਨੂੰ ਲਾਹਨਤਾਂ ਪਾ ਰਹੇ ਨੇ, ਭਾਜਪਾ ਨੂੰ ਲਾਹਨਤਾਂ ਪਾ ਰਹੇ ਨੇ ਕਿ ਕੇਂਦਰੀ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣ, ਨਹੀਂ ਤਾਂ ਇਸੇ ਤਰ੍ਹਾਂ ਕਿਸਾਨ ਭਾਜਪਾ ਆਗੂਆਂ ਦਾ ਵਿਰੋਧ ਕਰਨਗੇ। ਜ਼ੋਰਦਾਰ ਨਾਅਰੇਬਾਜ਼ੀ ਜਿਹੜੀ ਜਾਰੀ ਹੈ। ਇੱਕ ਸੁਨੇਹਾ ਜਿਹੜਾ ਭਾਜਪਾ ਆਗੂਆਂ ਨੂੰ ਦਿੱਤਾ ਜਾ ਰਿਹਾ ਕਿ ਜੇਕਰ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਣੇ ਤਾਂ ਇਸੇ ਤਰ੍ਹਾਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ, ਚਾਹੇ ਉਹ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਜਾਂ ਫਿਰ ਕੋਈ ਵੀ ਪ੍ਰੋਗਰਾਮ ਐਲਾਨਿਆ ਜਾਵੇ। ਇਸੇ ਤਰ੍ਹਾਂ ਜਿਹੜਾ ਵਿਰੋਧ ਪ੍ਰਦਰਸ਼ਨ ਉਹ ਕੀਤਾ ਜਾਵੇਗਾ। ਵੇਖ ਸਕਦੇ ਹੋ ਨਾਅਰੇਬਾਜ਼ੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਸਵੇਰ ਦਾ ਸਮਾਂ ਜਿਹੜਾ ਉਹ ਭਾਜਪਾ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਸਮੇਂ ਨਿਰਧਾਰਿਤ ਸਮੇਂ ਤੇ ਭਾਜਪਾ ਆਗੂ ਨਹੀਂ ਪਹੁੰਚੇ ਕਿਉਂਕਿ ਕਿਸਾਨਾਂ ਦਾ ਰੋਹ ਅਸਮਾਨ ਤੇ ਹੈ। ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਜੀ ਆਪਣਾ? ਮਿਸੇ ਹਰਕੇਸ਼ ਕੌਰ ਸੋਹਤਾ। ਹਾਂਜੀ, ਅਸੀਂ ਇਹ ਕਹਿਣਾ ਚਾਹੁੰਦੇ ਜੇ ਟੰਡਨ ਸਾਹਿਬ ਆਏ ਆ, ਸਾਡੀ ਉਹਨਾਂ ਨਾਲ ਕੋਈ ਲੜਾਈ ਨਹੀਂ। ਸਾਡੀ ਲੜਾਈ ਹੈ ਗਵਰਨਮੈਂਟ ਦੇ ਨਾਲ, ਸਾਡੀ ਲੜਾਈ ਹੈ ਮੋਦੀ ਨਾਲ, ਜਿਹੜੇ ਕਿ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੇ ਔਰ ਜੋ ਕੇਸ ਪਾਏ ਹੋਏ ਵਾਪਸ ਨਹੀਂ ਲੈ ਰਹੇ। ਸਾਡੀ ਨਾਲ ਲੜਾਈ ਜੇ ਆਏ ਹੈ ਤਾਂ ਇਹਨਾਂ ਦੀ ਡਿਊਟੀ ਬਣਦੀ ਸੀ, ਇਹਨਾਂ ਦੀ ਡਿਊਟੀ ਬਣਦੀ ਸੀ ਗੇਟ ਦੇ ਅੰਦਰ ਖੜ ਜਾਂਦੇ, ਸਾਨੂੰ ਕੋਈ ਇਤਰਾਜ਼ ਨਹੀਂ। ਬਈ ਬੈਠੋ ਬੈਠੋ, ਮੇਰੇ ਭੈਣ ਭਾਈ ਹੈ, ਤੁਸੀਂ ਮੇਰੇ ਬੱਚੇ ਹੈ, ਬੈਠੋ, ਮੈਂ ਗੱਲ ਕਰਨੀ ਚਾਹੁੰਦਾ ਹੈ, ਮੈਂ ਤੁਹਾਡੀ ਫਰਿਆਦ ਅੱਗੇ ਤੱਕ ਪਹੁੰਚਾਊਂਗਾ। ਇਹ ਉਹਦੀ ਡਿਊਟੀ ਬਣਦੀ ਹੈ। ਕਿਉਂ ਨਹੀਂ ਆਉਂਦਾ ਅੱਗੇ? ਕਿਉਂ ਨਹੀਂ? ਕੋਈ ਨਹੀਂ ਮਾਰਦਾ। ਅਸੀਂ ਜ਼ਿੰਮੇਵਾਰੀ ਚੱਕਦੇ। ਅੱਗੇ ਪਏ ਨੇ ਖੇਤਾਂ ਨੂੰ ਕਿਉਂ ਆਇਆ ਇੱਥੇ ਉਹ? ਜਦ ਪਤਾ ਸਾਰੇ ਦੇਸ਼ 'ਚ ਅੱਗ ਲੱਗੀ ਹੋਇਆ, ਕਿਉਂ ਲੈਣ ਆਇਆ ਉਹ? ਕਿਉਂ ਆਇਆ ਇੱਥੇ? ਮੈਂ ਖੜਦੀ ਗੇਟ ਦੇ ਅੱਗੇ, ਕੋਈ ਮੇਰਾ ਭੈਣ ਭਰਾ ਸ਼ਰਾਰਤ ਨਹੀਂ ਕਰੇਗਾ, ਕੋਈ ਸ਼ਰਾਰਤ ਨਹੀਂ ਕਰੇਗਾ, ਕੋਈ ਭੈਣ ਭਰਾ ਸ਼ਰਾਰਤ ਨਹੀਂ ਕਰੇਗਾ। ਹਿੰਮਤ ਰੱਖਦਾ ਹੈ ਤੇ ਆ ਕੇ ਟੰਡਨ ਸਾਹਿਬ ਸਾਡੀ ਗੱਲ ਸੁਣੇ, ਸਾਨੂੰ ਜਵਾਬ ਦੇਵੇ ਔਰ ਆਪਣੇ ਮੋਦੀ ਨੂੰ ਸੁਨੇਹਾ ਦੇਵੇ ਕਿ ਚੰਡੀਗੜ੍ਹ ਦੀ ਪਬਲਿਕ ਕਿਉਂ ਘਰਾਂ ਚੋਂ ਬਾਹਰ ਨਿਕਲੀ ਹੈ, ਕਿਉਂ ਧੁੱਪਾਂ ਦੇ ਵਿੱਚ ਸੜ ਰਹੀ ਹੈ। ਕੀ ਸਾਡਾ ਦਿਲ ਨਹੀਂ ਕਰਦਾ ਅਸੀਂ ਵੀ ਏਸੀ ਦੇ ਅੱਗੇ ਬੈਠੀਏ? ਸਾਡੇ ਬਜ਼ੁਰਗ ਰੋਲ ਰਹੇ ਨੇ ਸੜਕਾਂ ਦੇ ਉੱਤੇ, ਸਾਡੇ ਜੋ ਨੌਜਵਾਨ ਬੱਚੇ ਰੋਲ ਰਹੇ ਨੇ ਔਰ ਇੱਕ ਸ਼ਬਦ ਨਹੀਂ ਸਰਿਆ ਇਹਨਾਂ ਤੋਂ ਕਿ ਸਾਨੂੰ ਦੁੱਖ ਹੈ। ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ, ਸਾਡੇ ਬਜ਼ੁਰਗ ਮਾਂ ਬਾਪਾਂ ਨੇ ਸ਼ਹੀਦੀਆਂ ਦਿੱਤੀਆਂ। ਹਾਂ, ਬੁਲਾਓ ਉਹਨੂੰ ਟੰਡਨ ਸਾਹਿਬ ਨੂੰ, ਕਹੋ ਆ ਜਾ ਗੇਟ ਦੇ ਲਾਗੇ, ਤੇਰੇ ਨਾਲ ਗੱਲ ਕਰਨੀ ਚਾਹੁੰਦੇ ਆ। ਵੇਖ ਸਕਦੇ ਹੋ ਤੁਸੀਂ ਜਿਹੜਾ ਰੋਸ ਹੈ, ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਨੇ। ਇੱਕ ਦਿਨ ਦਾ ਰੋਸ ਪ੍ਰਦਰਸ਼ਨ ਨਹੀਂ, ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ। ਲਗਭਗ 9.5 ਮਹੀਨੇ ਹੋ ਚੁੱਕੇ ਨੇ ਜਾਂ ਫਿਰ ਇਸ ਤੋਂ ਜ਼ਿਆਦਾ ਦਾ ਸਮਾਂ ਵੀ ਕਿਹਾ ਜਾ ਸਕਦਾ ਹੈ। ਕਿਸਾਨ ਲਗਾਤਾਰ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ। ਇਹਨਾਂ ਕਾਨੂੰਨਾਂ ਦਾ ਵਿਰੋਧ ਉਸ ਸਮੇਂ ਤੋਂ ਹੋ ਰਿਹਾ ਜਦੋਂ ਇਹ ਬਿੱਲ ਦੇ ਰੂਪ ਦੇ ਵਿੱਚ ਸਾਹਮਣੇ ਆਏ ਸੀ, ਪਰ ਕੇਂਦਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਸੁਣੀਆਂ ਜਾ ਰਹੀਆਂ ਤੇ ਲਗਾਤਾਰ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ। ਤੇ ਕਿਸਾਨਾਂ ਵੱਲੋਂ ਇਹ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀਗਾ ਕਿ ਜਿੱਥੇ ਵੀ ਭਾਜਪਾ ਨੇਤਾ ਪੰਜਾਬ ਦੇ ਵਿੱਚ ਜਾਣਗੇ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਪਰ ਅੱਜ ਜਿਹੜੀਆਂ ਤਸਵੀਰਾਂ ਨੇ ਚੰਡੀਗੜ੍ਹ ਦੀਆਂ ਤਸਵੀਰਾਂ ਨੇ, ਜਿੱਥੇ ਕਿ ਸੈਕਟਰ 48 ਮੋਟਰ ਮਾਰਕੀਟ ਵਿਖੇ ਇੱਕ ਪ੍ਰੋਗਰਾਮ ਐਲਾਨਿਆ ਗਿਆ ਸੀ, ਜਿੱਥੇ ਕਿ ਭਾਜਪਾ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ। ਉੱਥੇ ਕਿਸਾਨ ਆਗੂਆਂ ਵੱਲੋਂ ਇਹਨਾਂ ਜਿਹੜੇ ਭਾਜਪਾ ਆਗੂਆਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਮਾਹੌਲ ਜਿਹੜਾ ਤਣਾਅਪੂਰਨ ਵੀ ਬਣ ਸਕਦਾ ਹੈ, ਕਿਸੇ ਵੀ ਤਰ੍ਹਾਂ ਦੀ ਸਥਿਤੀ ਇੱਥੇ ਬਣ ਸਕਦੀ ਹੈ। ਇੱਥੇ ਇੱਕ ਨਿੱਕਾ ਜਿਹਾ ਬੱਚਾ ਖੜਾ ਜੋ ਕਿ ਬੱਸ ਦੇ ਅੱਗੇ ਸੜਕ ਤੇ ਲਿਟ ਗਿਆ ਸੀਗਾ। ਗੱਲਬਾਤ ਕਰਾਂਗੇ। ਕੀ ਨਾਂ ਤੁਹਾਡਾ? ਵੀਰ ਜੀ, ਮੇਰਾ ਨਾਮ ਅਵਿਜੋਤ ਸਿੰਘ ਹੈ, ਮੈਂ ਮੋਹਾਲੀ ਤੋਂ ਆਇਆ ਜੀ। ਇਦਾਂ ਦਾ ਹੌਸਲਾ ਕਿੱਥੋਂ ਆਇਆ? ਤੁਸੀਂ ਬੱਸ ਦੇ ਅੱਗੇ ਨਿਡਰ ਹੋ ਕੇ ਲਿਟ ਗਏ। ਵੀਰ ਜੀ, ਉਹ ਸਾਡੇ ਜਿਹੜੇ ਮੈਮ ਸਭ ਤੋਂ ਪਹਿਲਾਂ ਅੰਦੋਲਨ ਪਹਿਲਾਂ ਤਾਂ ਬਾਬੂ ਲਾਭ ਸਿੰਘ ਜੀ ਨੇ ਕੀਤਾ ਸੀ, ਉਸ ਤੋਂ ਬਾਅਦ ਸਾਡੀ ਪ੍ਰਤੀਕ ਵੀਰ ਜੀ ਤਰਾਜੀ ਗਿੱਲ ਮੈਮ ਦਾ ਨੰਬਰ ਸੀਗਾ, ਉਹਨਾਂ ਨੂੰ ਇਹਨਾਂ ਨੇ ਫੜ ਲਿਆ। ਕਹਿੰਦੇ ਸੀਗੇ ਕਿ ਤੁਸੀਂ ਪ੍ਰੋਟੈਸਟ ਨਾ ਕਰੋ ਨਹੀਂ ਤਾਂ ਤੁਹਾਨੂੰ ਰਸ ਲਵਾਂਗੇ। ਫਿਰ ਅਸੀਂ ਸਾਰੇ ਲਿਟੇ, ਮੈਂ ਗੱਲਾਂ ਨਹੀਂ, ਸਾਰੇ ਲਿਟੇ ਬੱਚੇ ਵੀ ਹੋਰ ਸੀਗੇ। ਬਾਅਦ ਵਿੱਚ ਪੁਲਿਸ ਨੇ ਇਹੋ ਜਿਹੀ
ਘਟਨਾ ਕੀਤੀ ਕਿ ਮੈਨੂੰ ਗੱਡੀ ਦੇ ਅੰਦਰ ਖੁਦ ਲੈ ਕੇ ਗਏ। ਮੈਂ ਤਾਂ ਪ੍ਰਤੀਕ ਵੀਰ ਜੀ ਨੂੰ ਬਚਾ ਰਿਹਾ, ਉਹ ਕਹਿੰਦੇ ਕਿ ਜਬ बेटा अंदर जाओ आप भी जाओ जेल में। पुलिस वाले पता नहीं मैं नाम नहीं देखे उस टाइम, इदा उन्होंने किया। बाद में जो अंदर गया बाद वो कहते कि आ जाओ बाहर चलो इन्हों की गल नहीं समझ आई। ज़्यादा फिर मैनू लै जाते जेल लैके जाना सीगा, फिर मैनू बाहर ही क्यों कढ़िया। ਕਿਹੜੀ ਕਲਾਸ 'ਚ ਪੜ੍ਹਦੇ ਹੋ? ਵੀਰ ਜੀ ਮੈਂ 6th ਕਲਾਸ 'ਚ ਜੀ। ਤੇ ਇੰਨੀ ਛੋਟੀ ਉਮਰ ਦੇ ਵਿੱਚ ਨਾ ਜਜ਼ਬਾ ਕਿੱਧਰੋਂ ਆਉਂਦਾ? ਵੀਰ ਜੀ ਜਜ਼ਬਾ ਮੈਨੂੰ ਕਿਸਾਨਾਂ ਤੋਂ ਆਇਆ, ਕਿਉਂਕਿ ਮੈਂ ਕਿਸਾਨ ਦਾ ਜੀਵਨ ਦੇਖਿਆ ਹੋਇਆ। ਕਿਉਂਕਿ ਦੇਖੋ ਵੀਰੇ ਉਹ ਨਾ ਤਾਂ ਰਾਤੀ ਸੌਂਦਾ ਹੈ, ਕਿਉਂਕਿ ਦੇਖੋ ਕਦੀ ਤਾਂ ਰਾਤੀ 12 ਵਜੇ ਜਾਂਦਾ ਹੈ, ਉਹਦੀ ਤਾਂ ਇੱਕ ਵੀ ਦਿਨ ਛੁੱਟੀ ਨਹੀਂ ਹੁੰਦੀ। ਸਾਰੇ ਪ੍ਰੋਫੈਸ਼ਨ 'ਚ ਇੱਕ ਦੋ ਦਿਨ ਛੁੱਟੀ ਹੁੰਦੀ ਹੈ, ਪਰ ਕਿਸਾਨ ਤਾਂ 12 ਮਹੀਨੇ 24 ਘੰਟੇ ਕੰਮ ਕਰਦਾ ਰਹਿੰਦਾ। ਤੁਸੀਂ ਵੇਖ ਸਕਦੇ ਹੋ ਕਿ ਨਿੱਕੇ ਜਿਹੇ ਬੱਚੇ ਦਾ ਜਿਹੜਾ ਹੌਸਲਾ ਹੈ ਉਹ ਚਰਮ ਤੇ ਹੈ ਤੇ ਲਗਾਤਾਰ ਜਿਹੜਾ ਰੋਸ ਪ੍ਰਦਰਸ਼ਨ ਹੈ ਬੱਚੇ ਵੱਲੋਂ, ਬੱਚੇ ਦੀ ਅੱਖਾਂ ਦੇ ਵਿੱਚ ਇਹ ਜਜ਼ਬਾ ਨਜ਼ਰ ਆ ਰਿਹਾ ਸੀ ਕਿ ਉਸ ਦੇ ਵਿੱਚ ਰੋਸ ਹੈ ਕਿ ਅਜੇ ਤੱਕ ਖੇਤੀ ਕਾਨੂੰਨ ਨੇ ਜਿਹੜੇ ਰੱਦ ਨਹੀਂ ਕੀਤੇ ਜਾ ਰਹੇ ਤੇ ਕਿਸਾਨ ਨੇ ਜਿਹੜੇ ਦਿੱਲੀ ਦੀਆਂ ਬਰੂਆਂ ਤੇ ਇੰਨੀ ਗਰਮੀ ਦੇ ਵਿੱਚ ਬੈਠੇ ਹੋਏ ਨੇ। ਵੇਖ ਸਕਦੇ ਹੋ ਹਲਚਲ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਆਗੂ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਪਹੁੰਚੇ ਸੀ ਉਹ ਬਾਹਰ ਵੱਲ ਨਿਕਲਦੇ ਆ ਰਹੇ ਨੇ ਪੁਲਿਸ ਸੁਰੱਖਿਆ ਦੇ ਵਿੱਚ। ਤੁਸੀਂ ਵੇਖ ਸਕਦੇ ਹੋ ਦੂਜੇ ਪਾਸੇ ਜਿਹੜੇ ਕਿਸਾਨ ਨੇ, ਕਿਸਾਨ ਲਗਾਤਾਰ ਕਿਸਾਨਾਂ ਦਾ ਰੋਸ ਹੈ ਕਿ ਕੇਂਦਰ ਸਰਕਾਰ ਖਿਲਾਫ, ਤੇ ਇੱਕ ਪਾਸੇ ਜਿਹੜੇ ਭਾਜਪਾ ਆਗੂ ਨੇ, ਭਾਜਪਾ ਆਗੂ ਪੁਲਿਸ ਸੁਰੱਖਿਆ ਦੇ ਵਿਚਕਾਰ ਬਾਹਰ ਨਿਕਲਦੇ ਹੋਏ ਤੁਸੀਂ ਵੇਖ ਸਕਦੇ ਹੋ। ਪੁਲਿਸ ਸੁਰੱਖਿਆ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਭਾਜਪਾ ਆਗੂਆਂ ਦੀਆਂ ਉਹ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਨੇ। ਸੰਜੇ ਟੰਡਨ ਜਿਹੜੇ ਆਏ ਸੀ, ਤੁਸੀਂ ਵੇਖ ਸਕਦੇ ਹੋ ਬੋਤਲਾਂ ਸੁੱਟੀਆਂ ਜਾ ਰਹੀਆਂ ਨੇ ਤੇ ਭਾਜਪਾ ਆਗੂਆਂ ਦੀ ਗੱਡੀਆਂ ਦਾ ਘਿਰਾਓ ਜਿਹੜਾ ਕਿਸਾਨਾਂ ਵੱਲੋਂ ਕਰ ਦਿੱਤਾ ਜਾਣਾ। ਇਸ ਤਰ੍ਹਾਂ ਲੱਗ ਰਿਹਾ, ਤੁਸੀਂ ਵੇਖ ਸਕਦੇ ਹੋ ਜਿਹੜੇ ਪੱਥਰ ਮਾਰੇ ਜਾ ਰਹੇ ਨੇ ਗੱਡੀਆਂ ਦੇ ਉੱਤੇ। ਤੁਸੀਂ ਵੇਖ ਸਕਦੇ ਹੋ ਕੱਚ ਜਿਹੜਾ ਸ਼ੀਸ਼ਾ ਤੋੜ ਦਿੱਤਾ ਗਿਆ ਗੱਡੀ ਦਾ, ਤੇ ਕਿਸਾਨ ਨੇ ਜਿਹੜੇ ਗੱਡੀਆਂ ਪਿੱਛੇ ਭੱਜ ਰਹੇ ਨੇ। ਮਾਹੌਲ ਜਿਹੜਾ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਹੈ ਇਸ ਵੇਲੇ। ਤੁਸੀਂ ਵੇਖ ਸਕਦੇ ਹੋ ਗੱਡੀ ਦਾ ਸ਼ੀਸ਼ਾ ਵੀ ਭੰਨ ਦਿੱਤਾ ਗਿਆ ਕਿਸਾਨਾਂ ਵੱਲੋਂ। ਜਿਹੜਾ ਰੋਸ ਹੈ, ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਪੱਥਰਬਾਜ਼ੀ ਕੀਤੀ ਗਈ ਕਿਸਾਨਾਂ ਵੱਲੋਂ, ਪਾਣੀ ਦੀਆਂ ਬੋਤਲਾਂ ਜਿਹੜੀਆਂ ਭਾਜਪਾ ਆਗੂਆਂ ਦੀਆਂ ਗੱਡੀਆਂ ਦੇ ਉੱਤੇ ਸੁੱਟੀਆਂ ਗਈਆਂ। ਦੂਜੇ ਪਾਸੇ ਦੇਖ ਸਕਦੇ ਹੋ ਪੁਲਿਸ ਤੇ ਕਿਸਾਨਾਂ ਵਿਚਕਾਰ ਜਿਹੜਾ ਮਾਹੌਲ ਤਣਾਅਪੂਰਨ ਬਣਦਾ ਹੋਇਆ ਤੁਸੀਂ ਵੇਖ ਸਕਦੇ ਹੋ। ਇੱਕ ਪਾਸੇ ਕਿਸਾਨ, ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਜਿਹੜਾ ਭਿੜਦਾ ਹੋਇਆ ਨਜ਼ਰ ਆ ਰਿਹਾ ਹੈ। ਮਾਹੌਲ ਤਣਾਅਪੂਰਨ ਬਣਦਾ ਹੋਇਆ ਵੇਖ ਸਕਦੇ ਹੋ ਤੁਸੀਂ। ਜਿਹੜਾ ਰੋਸ ਹੈ ਕਿਸਾਨਾਂ ਦਾ, ਵੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਤੇ ਕਿਸਾਨ, ਜਿਹੜੇ ਕਿਸਾਨ ਨੌਜਵਾਨ ਨੇ ਉਹਨਾਂ ਵੱਲੋਂ ਜਿਹੜਾ ਰੋਸ ਵਿਅਕਤ ਕੀਤਾ ਜਾ ਰਿਹਾ ਹੈ। ਮਾਹੌਲ ਤਣਾਅਪੂਰਨ ਬਣ ਸਕਦਾ ਹੈ, ਹੱਥੋਂ ਪਾਈ ਦਾ ਜਿਹੜਾ ਮਾਹੌਲ ਹੈ ਉਹ ਬਣ ਚੁੱਕਿਆ ਹੈ। ਤੁਸੀਂ ਵੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਇੱਕ ਪਾਸੇ, ਦੂਜੇ ਪਾਸੇ ਕਿਸਾਨ ਨੌਜਵਾਨ ਗੁੱਸੇ ਦੇ ਵਿੱਚ। ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਸ਼ਾਂਤ ਰਹਿਣ ਦੀ। ਮਾਹੌਲ ਜਿਹੜਾ ਗਹਿਮੋ ਗਹਿਮੀ ਦਾ ਬਣ ਚੁੱਕਿਆ ਹੈ। ਕਿਸਾਨਾਂ ਵੱਲੋਂ ਜਿਹੜਾ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ। ਤੁਸੀਂ ਵੇਖ ਸਕਦੇ ਹੋ ਇੱਥੇ ਲਾਂਤਾਂ ਪਾਈਆਂ ਜਾ ਰਹੀਆਂ ਨੇ ਭਾਜਪਾ ਆਗੂਆਂ ਨੂੰ। ਦੇਖ ਸਕਦੇ ਹੋ ਭਾਜਪਾ ਸਮਰਥਕ ਦੀ ਜਿਹੜੀ ਗੱਡੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਮਾਹੌਲ ਜਿਹੜਾ ਮਾਹੌਲ ਸ਼ਾਂਤਮਈ ਕਰਨ ਦੀ ਕੋਸ਼ਿਸ਼ ਪੂਰੀ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ। ਤੁਸੀਂ ਵੇਖ ਸਕਦੇ ਹੋ ਕਿ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਜਿਹੜਾ ਉਹ ਲਗਾਤਾਰ ਜਾਰੀ ਹੈ। ਉਧਰ ਦੂਜੇ ਪਾਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਾਂਗੇ ਕਿ ਦੂਜੇ ਪਾਸੇ ਦੀ ਤਸਵੀਰਾਂ ਗੇਟ ਦੇ ਸਾਹਮਣੇ ਮੁੜ ਤੋਂ ਕਿਸਾਨ ਇਕੱਠਾ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਹੋ ਸਕਦਾ ਹੈ ਕੋਈ ਭਾਜਪਾ ਨੇਤਾ ਜਾਂ ਫਿਰ ਭਾਜਪਾ ਸਮਰਥਕ
ਉਧਰੋਂ ਗੇਟ ਦੇ ਸਾਹਮਣੇ ਨਿਕਲੇ। ਫਿਲਹਾਲ ਕਿਸਾਨਾਂ ਵੱਲੋਂ ਅੱਜ भाजपा आगुआं का विरोध किया गया। एक प्रोग्राम दे विच भाजपा आगुआं ने शिरकत करनी सी, जिस दे विच संजय टंडन भी मौजूद सन। तुहानूं दस दईए कि अज सैक्टर 48 मोटर मार्केट चंडीगढ़ विखे एक प्रोग्राम रखा गया सी, जिस दे विच भाजपा आगुआं ने भी शिरकत करनी सी, जिन्हां दा किसानां वल्लों विरोध किया गया ते डट के नारेबाजी की गई, जोरदार नारेबाजी की गई। इस दौरान जाते हुए जदों भाजपा आगू बाहर वाल निकले, उस वेले किसानां वल्लों पानी दीयां बोतलां डंडे मारे गए गड्डी दे उत्ते ते इट्टां रोड़ियां नाल भी हमला किया गया, जिस दौरान एक गड्डी का शीशा भी टुटिया। कैमरामैन पंकज दे नाल सतविंदर रंधावा, सांझा टीवी, चंडीगढ़।